ਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿਤਾ ਤਿਨੇ ਭੈਣ, ਜਿਸ ਤੇਰਾ ਅੰਗ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਸੋ ਨਿਰਮਲਾ। ਜਿਸ ਤਰ੍ਹਾਂ ਪਾਣੀ ਨਾਲ ਲੱਗ ਕੇ ਤਨ ਤੇ ਕੱਪੜਾ ਸਾਫ਼ ਹੁੰਦਾ ਹੈ, ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਧਿਆਨ ਕਰਨ ਨਾਲ, ਸਤਿਗੁਰ ਦਾ ਧਿਆਨ ਕਰਨ ਦੇ ਨਾਲ ਸਾਡੇ ਮਨ ਉੱਤੋਂ ਜਨਮਾਂ ਜਨਮਾਂਤਰਾਂ ਦੀਆਂ ਮੈਲਾਂ ਉਤਰ ਜਾਂਦੀਆਂ ਹਨ, ਉਜਲ ਹੋ ਜਾਂਦਾ ਹੈ। ਪਰ ਹਰ ਕੋਈ ਸੰਸਾਰ ਵਿੱਚ ਆ ਕੇ ਉਸ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਹੈ, ਅਵਲ ਤੇ ਕਰਦਾ ਹੀ ਨਹੀਂ, ਜੇ ਕਰਦਾ ਵੀ ਹੈ ਤੇ ਬਣਾ ਸਕਦਾ ਹੀ ਨਹੀਂ। ਕੋਈ ਵਿਰਲਾ ਹੀ ਚੰਦ ਜੀਵ ਉਸ ਨੂੰ ਆਪਣਾ ਬਣਾ ਸਕਦੇ ਹਨ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾਂ ਕਾ ਮੀਤ ਸਾਜਨ ਹੈ ਸੰਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਸੰਮੀਆਂ ਉਸ ਨੂੰ ਕਿਹਾ ਜਾਂਦਾ ਜੋ ਸਾਰੇ ਹੀ ਸਮਾਇਆ ਹੋਇਆ। ਕਹਿੰਦੇ ਨੇ ਜੋ ਪਰਮਾਤਮਾ ਸਾਰੇ ਸਮਾਇਆ ਹੈ, ਜਿਸ ਨੇ ਉਸ ਨੂੰ ਮਿੱਤਰ ਬਣਾ ਲਿਆ, ਉਸ ਨੂੰ ਆਪਣਾ ਦੋਸਤ ਬਣਾ ਲਿਆ, ਆਪਣਾ ਉਹਨੂੰ ਮਾਲਕ ਬਣਾ ਲਿਆ। ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਕਹਿੰਦੇ ਕਹੋ ਉਹਨੂੰ ਕਿਹੜੀ ਗੱਲ ਦੀ ਕਮੀ ਰਹਿ ਜਾਂਦੀ ਹੈ। ਪਰ ਇੱਥੇ ਥਿੜਕ ਜਾਂਦੇ ਹਾਂ ਅਸੀਂ, ਕਿਉਂਕਿ ਸੰਸਾਰ ਵਿੱਚ ਮਨ ਦਾ ਝਗੜਾ ਹੈ। ਕਬੀਰ ਸਾਹਿਬ ਕਹਿੰਦੇ ਹਨ, ਇਹ ਤੇ ਬਾਦਸ਼ਾਹ ਬਣ ਕੇ ਆਇਆ ਸੀ। ਇਸ ਸੰਸਾਰ ਵਿੱਚ ਜੀਵ ਆਤਮਾ ਬਾਦਸ਼ਾਹ ਬਣ ਕੇ ਆਇਆ ਸੀ। ਤਨ ਦੇ ਅੰਦਰ ਦਾਖਲ ਹੋ ਕੇ ਕਿ ਕੀ ਹੋਇਆ, ਇਹਨੇ ਮਨ ਦਾ ਸੰਗ ਕਰ ਲਿਆ। ਮਨ ਜਿਹੜਾ ਹੈ ਇਹ ਸੰਸਾਰ ਦਾ ਮਾਲਕ ਹੈ। ਇਹ ਸੰਸਾਰ ਕੋਈ ਆਪਣੇ ਘਰ ਨੂੰ ਛੱਡਣਾ ਨਹੀਂ ਚਾਹੁੰਦਾ। ਇਸ ਤਰ੍ਹਾਂ ਹੀ ਮਨ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦਾ, ਕਿਉਂਕਿ ਇਹਦੀ ਫੌਜ ਬੜੀ ਵੱਡੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਮਤਾ, ਇਹ ਸਭ ਇਹਦੀ ਫੌਜ ਹੈ। ਇੱਥੇ ਇਹ ਬਾਦਸ਼ਾਹ ਬਣ ਕੇ ਆਇਆ ਸੀ, ਪਰ ਇਸ ਨੇ ਕੀ ਕੀਤਾ? ਕਬੀਰ ਸਾਹਿਬ ਕਹਿੰਦੇ ਨੇ ਕੀ ਕਰਦਾ ਹੈ ਇਹ ਸ਼ੇਰ ਹੋ ਕੇ ਤੇ ਗਊਆਂ ਚਾਰ ਰਿਹਾ। ਸਿੰਘ ਗਊ ਚਰਾਵਤ ਕਹਿੰਦੇ ਨੇ ਕਿ ਇਹ ਸ਼ੇਰ ਸੀ,
ਜੀਵਾਤਮਾ ਮਾਲਕ ਸੀ, ਪਰ ਕੀ ਹੈ, ਗਊਆਂ ਚਰਾ ਰਿਹਾ। ਕਦੀ ਸ਼ੇਰ ਨੂੰ ਵੇਖਿਆ ਗਊਆਂ ਚਰਾਉਂਦੇ ਆ? ਕਹਿੰਦੇ ਸ਼ੇਰ ਆਇਆ ਸੀ ਪਰ ਇਹ ਗਊਆਂ ਚਰਾ ਰਿਹਾ। ਗਊਆਂ ਕੀ ਨੇ? ਮਨ ਦੇ ਪਿੱਛੇ ਲੱਗ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇੰਦਰੀਆਂ ਦੇ ਪਿੱਛੇ ਦੇ ਰਸਾਂ ਵਿੱਚ ਫਸਿਆ ਪਿਆ ਹੈ। ਇੰਦਰੀਆਂ ਦੇ ਰਸਾਂ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਕੇ ਕੀ ਕੀਤਾ ਹੈ, ਇਹ ਨਿਮਾਣਾ ਬਣ ਕੇ ਡੁੱਬ ਗਿਆ, ਡਰ ਨਾਲ ਡੁੱਬ ਗਿਆ ਹੈ। ਪਰ ਉਹ ਸੰਸਾਰ ਵਿੱਚੋਂ ਨਿਡਰ ਨਿਕਲਦਾ ਹੈ। ਉਹ ਸੰਸਾਰ ਵਿੱਚੋਂ ਉਹ ਆਦਮੀ ਜਿਹੜਾ ਹੈ ਉਹ ਸ਼ੇਰ ਨਿਕਲਦਾ ਹੈ। ਗੁਰੂ ਅਰਜਨ ਦੇਵ ਜੀ ਅੱਗੇ ਕਹਿੰਦੇ ਹਨ, ਜਾਂਕੀ ਪ੍ਰੀਤ ਗੋਬਿੰਦ ਸਿਉ ਲਾਗੀ, 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 ਓ ਜਾਂਕੀ ਪ੍ਰੀਤ ਗੋਬਿੰਦ ਸਿਉ ਲਾਗੀ, 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 ਦੁਖ ਦਰਦ ਪਰਮਤਾ ਕਾ ਭਾਗੀ, 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 ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਹਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਪਿਆਰੀ ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਬੜੇ ਸੁੰਦਰ ਢੰਗ ਨਾਲ, ਕੋਈ ਵਿਅੰਗ ਨਹੀਂ ਰੱਖ ਰਹੇ, ਬਹੁਤ ਸੁੰਦਰ ਢੰਗ ਨਾਲ ਸਮਝਾ ਰਹੇ ਨੇ। ਕਹਿੰਦੇ ਨੇ ਜਿਸ ਨੇ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਉਹਨੂੰ ਕਮੀ ਨਹੀਂ ਕਿਸੇ ਗੱਲ ਦੀ ਰਹਿੰਦੀ। ਕਿਉਂ? ਕਹਿੰਦੇ ਨੇ ਉਹਦੇ ਸਾਰੇ ਹੀ ਜਿਹੜੇ ਮਾਨਸਿਕ ਦੁੱਖ ਨੇ ਇਹ ਸਾਰੇ ਦੂਰ ਹੋ ਜਾਂਦੇ ਹਨ। ਮਾਨਸਿਕ ਦੁੱਖਾਂ ਕਰਕੇ ਜੀ ਫਸਿਆ ਪਿਆ ਹੈ। ਪੈਸਾ ਬਹੁਤ ਹੈ, ਕੋਠੀਆਂ ਬਣੀਆਂ ਹੋਈਆਂ ਹਨ, ਕਾਰਾਂ ਚੱਲਦੀਆਂ ਹਨ ਔਰ ਟਰਾਂਸਪੋਰਟਾਂ ਚੱਲਦੀਆਂ ਹਨ, ਪਰ ਮਨ ਅੰਦਰੋਂ ਬੁੱਝਿਆ ਹੈ। ਸ਼ਾਂਤੀ ਕਿਤੇ ਨਹੀਂ ਹੈ, ਮਨ ਨੂੰ ਸੰਤੋਖ ਕਿਤੇ ਨਹੀਂ ਹੈ। ਉਹਦਾ ਕੀ ਕਾਰਨ? ਇਹ ਅਸਲੀ ਰਸ ਤੋਂ ਕਰਕੇ ਖੁੰਝ ਗਿਆ ਹੈ। ਜਿਸ ਰਸ ਨੇ ਇਸ ਨੂੰ ਸੁਰਜੀਤ ਕਰਨਾ ਸੀ, ਮੋਏ ਹੋਏ ਨੂੰ, ਉਸ ਰਸ ਤੋਂ ਇਹ ਭੁੱਲ ਗਿਆ ਹੈ, ਦੂਰ ਚਲਾ ਗਿਆ ਹੈ। ਇਹ ਸੰਸਾਰ ਦੇ ਰਸਾਂ ਵਿੱਚ ਆ ਗਿਆ ਹੈ। ਸੰਸਾਰ ਦੇ ਰਸਾਂ ਵਿੱਚ ਆ ਕੇ ਇਹ ਦੁਖੀ ਹੈ ਔਰ ਇਹਦਾ ਦੁੱਖ ਸੰਸਾਰ ਵਿੱਚ ਦੂਰ ਕਰਨ ਵਾਸਤੇ ਸੰਸਾਰ 'ਚ ਕੋਈ ਨਹੀਂ ਹੈ। ਇਹ ਕਦੀ ਕਿਸੇ ਕੋ ਜਾਂਦਾ ਹੈ, ਕਦੀ ਕਿਸੇ ਕੋ ਜਾਂਦਾ ਹੈ, ਪਰ ਦੁੱਖ ਦਾ ਸੰਸਾਰ 'ਚੋਂ ਦੂਰ ਕਰਨ ਵਾਲਾ ਕੋਈ ਨਹੀਂ। ਕਰੇਗਾ ਤੇ ਕੌਣ ਕਰੇਗਾ? ਉਹ ਅਸਲੀ ਰਸ, ਜਿਸ ਨੂੰ ਗੁਰੂ ਅਰਜਨ ਦੇਵ ਜੀ ਅੱਗੇ ਕਹਿੰਦੇ ਨੇ,
जाका रस हरि रस है आयो, जाको 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 रस हरि रस है आयो, से अन रस नाही लपटायो, सो अन रस नाही लपटायो, सो अन रस नाही लपटायो, सो अन रस नाही लपटायो, जाका मीत साजन है समिया, तिस जन को काकी कमियाँ, जाका मीत साजन है समिया, तिस जन को काकी कमियाँ, जाका मीत साजन है समिया, तिस जन को काकी कमियाँ, जाका मीत साजन है समिया, जिस जन को काकी कमियाँ। गुरु साहब कहते हैं वो रस आवे ये रस नहीं पावे संसार दा, ये भाव संसार दा रस जो मालक दे रस नूं चखदा है तो फिर ये संसार के रसां च लिपटदा नहीं है। ये कदों लिपटदा है ਜਦੋਂ ਆਪਣੇ ਮਨ ਦੇ ਪਿੱਛੇ ਲੱਗ ਜਾਂਦਾ ਹੈ। ਇਹ ਸਤਿਗੁਰ ਦੇ ਵਚਨ ਨੂੰ ਭੁੱਲ ਜਾਂਦਾ ਹੈ। ਸਤਿਗੁਰ ਦੇ ਵਚਨ ਤੋਂ ਬੇਮੁਖ ਹੋ ਕੇ ਮਹਾਰਾਜ ਜੀ ਬਾਣੀ 'ਚ ਬੜਾ ਸੁੰਦਰ ਉਪਦੇਸ਼ ਕਰਦੇ ਨੇ, ਬੇਮੁਖ ਹੋਇਆ ਰਾਮ ਤੇ ਲੱਗਣ ਜਨਮ ਵਿਜੋਗ। ਜਿਹਦੇ ਬੇਮੁਖ ਹੋ ਗਿਆ ਤਾਂ ਫਿਰ ਇੱਕ ਵਿਛੋੜਾ ਨਹੀਂ, ਇੱਕ ਜਨਮ ਦਾ ਵਿਛੋੜਾ ਨਹੀਂ, ਫਿਰ ਇਹਨੂੰ ਕਈ ਵਾਰੀ ਮਰਨਾ ਪੈਣਾ ਹੈ। ਇਹਨੂੰ ਇਹ ਨਹੀਂ ਪਤਾ ਕਿ ਇਹ ਮੈਂ ਦੇਹ ਝੂਠੀ 'ਚ ਬੈਠਾ ਹੋਇਆ ਹੈ, ਇਹ ਆਪਣੀ ਦੇਹ ਨੂੰ ਸੱਚੀ ਕਰਕੇ ਮੰਨਿਆ ਹੈ। ਇਸ ਨੇ ਕਦੀ ਨਹੀਂ ਕਿਹਾ ਆਪਣੇ ਆਪ ਨੂੰ ਤੂੰ ਜਾ ਰਿਹਾ ਹੈ। ਧੰਨ ਬਾਬਾ ਫਰੀਦ ਸਾਹਿਬ ਜੀ, ਜਿਸ ਨੇ ਆਪਣੇ ਆਪ ਨੂੰ ਮੁਖਾਤਬ ਕਰਕੇ ਸਾਨੂੰ ਕੀ ਕੀਤਾ, ਉਪਦੇਸ਼ ਦਿੱਤਾ ਤੇ ਬੜੀ ਵੱਡੀ ਮੋਹਰ ਲਾਈ। ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਕਹਿੰਦੇ ਉਹ ਅੱਗਾ ਨੇੜੇ ਆ ਗਿਆ ਤੇਰਾ ਪਿੱਛਾ ਰਹਿ ਗਿਆ ਦੂਰ। ਕਹਿੰਦੇ ਨੇ ਕਿ ਤੈਨੂੰ ਅਜੇ ਪਤਾ ਨਹੀਂ ਲੱਗਾ, ਆਪਣੇ ਵਾਲਾਂ ਵਾਲੀ ਵੇਖ ਲੈ, ਜਿਹੜੇ ਕਾਲੇ ਸਨ ਇਹ ਬਗਲੇ ਵਾਂਗੂ ਚਿੱਟੇ ਹੋ ਗਏ ਨੇ। ਇਹਦੀ ਨਿਸ਼ਾਨੀ ਕੀ ਹੈ? ਕਹਿੰਦੇ ਨੇ ਇਹ ਕਹਿੰਦੇ ਤੂੰ ਜਾਣਾ ਹੈ, ਤੇਰਾ ਅੱਗਾ ਨੇੜੇ ਆ ਗਿਆ। ਭਾਵ ਕਬਰ ਤੈਨੂੰ ਦਿਸਣ ਲੱਗ ਪਈ ਹੈ, ਜਿਸ ਕਬਰ ਵਿੱਚ ਤੂੰ ਪੈਣਾ ਹੈ, ਕਿਉਂਕਿ ਸੰਸਾਰ 'ਚੋਂ ਜਾਣਾ ਹੈ, ਇੱਥੇ ਰਹਿਣ ਵਾਸਤੇ ਨਹੀਂ ਆਏ। ਮਹਾਰਾਜ ਜੀ ਕਹਿੰਦੇ ਹਨ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਕੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਕੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਕੋਈ ਦਮ ਦਾ। ਪਿਆਰੇ ਜੀ
ਇਹ ਮੇਲਾ ਇੱਥੇ ਦੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਕੋਈ ਦਮ ਦਾ, ਪਿਆਰੇ ਜੀ ਇਹ ਮੇਲਾ ਇੱਥੇ ਕੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਦੋਈ ਦਮ ਦਾ। ਪਿਆਰੇ ਜੀ ਇਹ ਮੇਲਾ ਇੱਥੇ ਦੋਈ ਦਮ ਦਾ। ਉਹ ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਦੁੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਇਹ ਮੇਲਾ ਬੰਦੇ ਕੋਈ ਦਮ ਦਾ। तो पंक्ति आई सी, जहाँ का मीत साजन है समियाँ। ਮਿੱਤਰ ਨੂੰ ਆਪਣਾ ਮਿੱਤਰ ਬਣਾ ਲਈਏ ਤੇ ਮਿੱਤਰ ਵੀ ਕੀ ਕਰਦਾ, ਫਿਰ ਉਹ ਮਿੱਤਰਤਾ ਹੀ ਨਹੀਂ ਛੱਡਦਾ। ਉਹ ਮਿੱਤਰਤਾ ਹੀ ਮਿੱਤਰ ਵੀ ਨਹੀਂ ਛੱਡਦਾ, ਉਹਨੂੰ ਪਤਾ ਹੈ ਕਿ ਮੇਰਾ ਬਣ ਗਿਆ। ਫਿਰ ਇਹਦੀ ਜਿਹੜੀ ਮਿੱਤਰ ਦੇ ਹਿਰਦੇ ਵਿੱਚ ਜੋ ਇਸ ਨੂੰ ਮਿਲਣ ਦੀ, ਇਸ ਦੇ ਪਿਆਰ ਦੀ ਪੀੜਾ ਹੈ, ਉਹਨੂੰ ਜਾ ਕੇ ਸੱਟ ਮਾਰਦੀ ਹੈ। ਪਰ ਜੇ ਸਾਡੇ ਅੰਦਰ ਉਪਜੇ ਤੇ, ਕਿਉਂਕਿ ਅਸੀਂ ਆਪਣੇ ਸਤਿਗੁਰੂ ਰੂਪੀ ਮਿੱਤਰ ਨੂੰ, ਪਰਮਾਤਮਾ ਰੂਪੀ ਮਿੱਤਰ ਨੂੰ ਅਸੀਂ ਸੱਟ ਮਾਰੀ ਨਹੀਂ। ਗਰਗ ਸੰਹਿਤਾ ਵਿੱਚ ਕਥਾ ਹੁੰਦੀ ਹੈ, ਇੱਕ ਗਰਗ ਸੰਹਿਤਾ ਇੱਕ ਗ੍ਰੰਥ ਹੈ, ਉਹਦੇ 'ਚ ਕਥਾ ਹੁੰਦੀ ਹੈ ਭਗਵਾਨ ਕ੍ਰਿਸ਼ਨ ਦੀ। ਉਹ ਕਥਾ ਇੱਦਾਂ ਹੈ ਕਿ ਰਾਧਾ ਜਿਹੜੀ ਹੈ ਉਹ ਬਰਸਾਨੇ ਦੀ ਰਹਿਣ ਵਾਲੀ ਸੀ। ਉਹ ਸਿਆਣੀ ਹੋ ਚੁੱਕੀ ਸੀ। ਉਹ ਕੀ ਕਰਦੀ ਹੈ, ਉਹਨੇ ਕੀ ਕੀਤਾ ਕਿ ਭਗਵਾਨ ਕ੍ਰਿਸ਼ਨ ਨੂੰ ਦੀ ਉਪਾਸ਼ਕ ਹੋਈ ਹੈ। ਉਹਨੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਕੀ ਕੀਤਾ, ਤੁਲਸੀ ਦੇ ਪੇੜ ਦੇ ਲਾਗੇ ਉਹਨੂੰ ਗੱਲ ਕੀ ਕੀਤਾ, ਸਥਾਪਿਤ ਕੀਤਾ। ਸਥਾਪਿਤ ਕੀਤਾ ਉਸਨੇ, ਤੇ ਕੀ ਕਰਦੀ ਹੈ, ਉਹਨੇ ਉਹਦਾ ਵਰਤ ਜਿਹੜਾ ਹੈ ਉਹ ਰੱਖਣ ਦਾ ਨਿਰਣਾ ਕਰ ਲਿਆ ਕਿ ਮੈਂ ਵਰਤ ਰੱਖਣਾ ਹੈ। ਕਿਉਂ ਵਰਤ ਰੱਖਣਾ ਹੈ? ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕੋਈ ਮੰਗ ਮੰਗਦੇ ਹਾਂ, ਕੋਈ ਨਾ ਕੋਈ ਅੰਦਰ ਕਾਮਨਾ ਰੱਖ ਕੇ ਮੰਗਦੇ ਹਾਂ। ਉਸਨੇ ਵੀ ਕਾਮਨਾ ਕੀ ਰੱਖੀ, ਉਹਦੇ ਅੰਦਰ ਪਿਆਰ ਜਾਗਿਆ ਕਿ ਭਗਵਾਨ ਨੂੰ ਮਿਲਿਆ ਬੜੀ ਦੇਰ ਹੋਈ ਹੈ, ਤੇ ਹੇ ਪ੍ਰਭੂ ਕਿਤੇ ਮੈਨੂੰ ਦੀਦਾਰ ਦੇ ਆਣ ਕੇ, ਮੈਂ ਬਾਹਰ ਨਹੀਂ ਆ ਸਕਦੀ। ਕਿਉਂ? ਕਿਉਂਕਿ ਬਰਸਾਨੇ ਵਿੱਚ ਅੱਜ ਵੀ ਕੋਈ ਜਾਏਗਾ ਤੇ ਕੀ ਵੇਖੇਗਾ, ਉੱਥੇ ਪਹਿਰਾ ਸਖੀਆਂ ਦਾ ਲੱਗਾ ਹੈ, ਕਿਸੇ ਮਰਦ ਦਾ ਪਹਿਰਾ ਨਹੀਂ ਉਹਦੇ ਮਾਲ ਨੂੰ ਲੱਗਾ। ਹੁਣ ਉੱਥੇ ਕੀ ਕੀਤਾ ਕਿ ਉਹ ਗਰਗ ਸੰਹਿਤਾ ਦੇ ਵਿੱਚ ਗੱਲ ਕੀ ਫਰਮਾ ਰਹੇ ਨੇ, ਭਗਵਾਨ ਨੇ ਕੀ ਕੀਤਾ, ਜਦੋਂ ਗੱਲ ਕੀ ਉਹਨੇ ਰਾਧਾ ਨੇ ਇਹ ਸੰਕਲਪ ਲੈ ਲਿਆ ਕਿ ਮੈਂ ਵਰਤ ਰੱਖਣਾ, ਅੱਜ ਮੈਂ ਜਲ ਵੀ ਨਹੀਂ ਪੀਣਾ, ਪ੍ਰਭੂ ਦਰਸ਼ਨ ਦੇ, ਦਰਸ਼ਨ ਦੇ। ਬਾਣੀ 'ਚ ਲਿਖਿਆ ਸ਼ਰਮ ਪਈ ਨਰਾਇਣੇ, ਮਾਲਕ ਨੂੰ ਵੀ ਦਇਆ ਆ ਜਾਂਦੀ ਹੈ। ਮਾਲਕ ਨੂੰ ਵੀ ਸੰਕੋਚ ਹੋ ਜਾਂਦਾ ਹੈ ਕਿ ਮੈਨੂੰ ਪੁਕਾਰ ਰਿਹਾ, ਮੈਂ ਹੋਣੀ ਤੇ ਇਹਦੇ ਕੋਲ ਚਲੇ ਜਾਵਾਂ। ਹੁਣ ਉਧਰ ਕੀ ਕੀਤਾ ਕਿ ਜਿਸਲੇ ਉਸਨੇ ਉਹਦਾ ਵਰਤ ਰੱਖਦੀ ਹੈ, ਉਹਦਾ ਧਿਆਨ ਕਰਦੀ ਹੈ। ਅਸੀਂ ਵਰਤ ਵਿੱਚ ਕੀ ਕਰਦੇ ਹਾਂ, ਸਾਡੇ ਵਰਤ ਵੀ ਉਲਟੇ ਨੇ। ਅਸੀਂ ਵਰਤ ਰੱਖਦੇ ਹਾਂ ਤੇ ਕੀ ਕਰਦੇ ਹਾਂ, ਅਸੀਂ ਪਹਿਲਾਂ ਤਾਂ ਕਾਫੀ ਖਾ ਲੈਂਦੇ ਹਾਂ ਅਸੀਂ, ਫਿਰ ਅਸੀਂ ਬਾਕੀ ਕੁਛ ਰੱਖ ਲੈਂਦੇ ਹਾਂ। ਕੋਈ ਫਲ ਲੈ ਲਿਆ, ਕੋਈ ਫਰੂਟ ਜਿਹੜਾ ਸੀ ਉਹ ਲਿਆ ਕੇ ਪਹਿਲਾਂ ਹੀ ਅਸੀਂ 2 ਦਿਨ ਪਹਿਲਾਂ ਲਿਆ ਕੇ ਰੱਖ ਲੈਂਦੇ ਹਾਂ, ਜਾਂ ਅਸੀਂ ਹੋਰ ਤਰ੍ਹਾਂ ਦੀ ਚੀਜ਼ਾਂ ਬਣਾ ਕੇ ਰੱਖ ਲੈਂਦੇ ਹਾਂ ਕਿ ਵਰਤ ਰੱਖਿਆ ਹੈ। ਪਿਆਰੀ ਸਾਧ ਸੰਗਤ, ਵਰਤ ਕਿਹਨੂੰ ਕਹਿੰਦੇ ਨੇ? ਉਹ ਜਿਸ ਮਾਲਕ ਵਾਸਤੇ ਕੋਈ ਵਰਤ ਰੱਖਦਾ ਉਹਨੂੰ ਤੇ ਮਾਲਕ ਤੋਂ ਬਿਨਾਂ ਸੁਝਦਾ ਹੀ ਕੁਝ ਨਹੀਂ। ਉਹਦੇ ਅੰਦਰ ਤੇ ਸਮਾਇਆ ਹੋਇਆ ਹੈ, ਉਹਨੂੰ ਤੇ ਗੱਲ ਕੀ ਉਹਦੀ ਭੁੱਖ ਹੈ, ਉਹਦੇ ਦੀਦਾਰ ਦੀ ਭੁੱਖ ਹੈ। ਹੁਣ ਜਿਸਲੇ ਉਧਰ ਭਗਵਾਨ ਕ੍ਰਿਸ਼ਨ ਦੇ ਅੰਦਰ ਵੀ ਗੱਲ ਕੀ ਕੀਤਾ ਕਿ ਉਹਨਾਂ ਕਿਹਾ ਵੀ ਮੈਨੂੰ ਯਾਦ ਕਰ ਰਹੀ ਹੈ ਮੇਰੀ ਪਿਆਰੀ ਰਾਧਾ, ਤੇ ਮੈਨੂੰ ਜਾਣਾ ਚਾਹੀਦਾ ਹੈ। ਉਹਨੇ ਵੀ ਮਨ ਬਣਾ ਲਿਆ ਕਿ ਮੈਂ ਜਾਣਾ ਹੈ। ਹੁਣ ਵਿਚਾਰ ਕਰਦੇ ਨੇ ਭਈ ਮੈਂ ਪਿਤੰਬਰ ਪਾ ਕੇ ਤੇ ਜਾ ਨਹੀਂ ਸਕਦਾ, ਕਿਉਂਕਿ ਮੈਂ ਮਰਦ ਹਾਂ, ਤੇ ਮਰਦ ਤੇ ਪਹਿਰਾ ਬੜਾ ਸਖਤ ਹੈ। ਖੁਦ
ਰਾਧਿਕਾ ਦਾ ਗੱਲ ਕੀ ਜਿਹੜਾ ਪਿਤਾ ਸੀ ਵ੍ਰਿਸ਼ਭਾਨੂ, ਉਹ ਆਪ ਗੱਲ ਕੀ ਪਹਿਰੇ 'ਤੇ ਵੀ ਬਹਿੰਦਾ ਸੀ। ਕਿਤੇ ਪਹਿਰੇਦਾਰਾਂ ਕੋਲ ਚੂਕ ਨਾ ਹੋ ਜਾਵੇ, ਕੋਈ ਮਰਦ ਨਾ ਆ ਜਾਵੇ ਮੇਰੀ ਲੜਕੀ ਦੇ ਮਹੱਲ ਵਿੱਚ। ਹੁਣ ਭਗਵਾਨ ਕ੍ਰਿਸ਼ਨ ਅੰਤਰਯਾਮੀ ਸਭ ਕੁਝ ਜਾਣਦਾ ਸੀ। ਕੀ ਕੀਤਾ ਕਿ ਉਸਨੇ ਵਿਚਾਰ ਕੀਤੀ ਹੁਣ ਜਾਣਾ ਵੀ ਜ਼ਰੂਰ ਹੈ। ਤੋ ਯਾਦ ਕਰ ਰਹੀ ਹੈ, ਇਹ ਯਾਦ ਕੀਤਾ ਸੀ, ਥੋੜ੍ਹਾ ਜਿਹਾ ਮਨ ਬਣਾਇਆ। ਪਹਿਲਾਂ ਤਾਂ ਮਨ ਬਣਾਉਂਦਾ ਹੀ ਨਹੀਂ ਸੀ ਸੁਦਾਮਾ। ਜੇ ਥੋੜ੍ਹਾ ਜਿਹਾ ਮਨ ਬਣਾ ਹੀ ਲਿਆ ਆਪਣੀ ਘਰ ਦੀ ਸੁਸ਼ੀਲਾ ਦੇ ਕਹਿਣ ਦੇ ਨਾਲ, ਤਾਨੇ ਮਿਹਣੇ ਸੁਣ ਕੇ ਮਨ ਬਣਾ ਹੀ ਲਿਆ, ਤੇ ਭਗਵਾਨ ਨੂੰ ਕੀ ਕੀਤਾ ਕਿ ਆਪਣਾ ਸਿੰਘਾਸਨ ਛੱਡ ਕੇ ਤੇ ਗਡਰੀਏ ਦਾ ਰੂਪ ਧਾਰਨ ਕਰਕੇ ਤੇ ਗੱਲ ਕੀ ਕੀਤਾ, ਉਹਨੂੰ ਅੱਗੋਂ ਵੰਡੀ ਲੈਣ ਵਾਸਤੇ ਹੁੰਦਾ ਹੈ। ਇਹ ਬਿਰਧ ਹੈ ਪਰਮਾਤਮਾ ਦਾ। ਸਾਡੇ ਅੰਦਰ ਭਗਤੀ ਜਿਹੜੀ ਹੈ ਕਰਨ ਦਾ ਵੱਲ ਨਹੀਂ ਹੈ। ਅਸੀਂ ਭਗਤੀ ਕਰਨੇ ਆ ਕਿ ਸਾਡੀ ਵਡਿਆਈ ਹੋਵੇ। ਇੱਥੇ ਬਸ ਇਹਦਾ ਅੰਤ ਹੈ। ਇਹਦਾ ਇੱਥੇ ਹੀ ਤਬਾਹੀ ਇੱਥੇ ਹੀ ਹੈ ਕਿ ਸਾਡੀ ਵਡਿਆਈ ਹੋਵੇ। ਅਸੀਂ ਦੁਨੀਆ ਦੀ ਵਡਿਆਈ ਚਾਹੁੰਦੇ ਹਾਂ। ਦੁਨੀਆ ਵਾਹ ਕਰਦੀ ਹੈ। ਅੱਜ ਕੱਲ੍ਹ ਕੀ ਫੁੱਲਾਂ ਦੇ ਹਾਰ ਪਾਉਂਦੀ ਹੈ, ਨੋਟਾਂ ਦੇ ਹਾਰ ਪਾਉਂਦੀ ਹੈ। ਕੱਲ੍ਹ ਉਹਨਾਂ ਦੀ ਗੱਲ ਵੇਖਿਆ ਅਸੀਂ ਕਿ ਕੁਝ ਚਿਰ ਬਾਅਦ ਕੀ ਹੋਇਆ, ਉਹਨਾਂ ਉਸੇ ਗੱਲ ਕੀ ਗਲੇ ਦੇ ਵਿੱਚ ਜੁੱਤੀਆਂ ਦਾ ਹਾਰ ਵੀ ਪੈਂਦਾ ਵੇਖਿਆ। ਇਹ ਦੋ ਕੰਮ ਕਰਦੀ ਦੁਨੀਆ। ਦੁਨੀਆ ਦਾ ਅਰਥ ਹੈ ਦੋ ਨੀਹਾਂ। ਇਹ ਦੋ ਨੀਹਾਂ 'ਤੇ ਖੜੀ ਹੈ। ਇਹਨੇ ਪਤਾ ਨਹੀਂ ਕਿਹੜੀ ਨੀਂਹ ਪਕੜ ਲੈਣੀ ਹੈ ਕਿਸ ਵੇਲੇ। ਇਹ ਕਿਸੇ ਦੀ ਵੀ ਸੱਕੀ ਨਹੀਂ ਹੈ। ਦੁਨੀਆ ਕਿਸੇ ਦੀ ਵੀ ਸੱਕੀ ਨਹੀਂ ਹੈ। ਜਿਹੜਾ ਸੱਕਾ ਹੈ ਉਹ ਤਾਂ ਪਰਮਾਤਮਾ ਹੈ, ਉਹ ਸਤਿਗੁਰੂ ਹੈ ਜਿਸ ਦਾ ਸਾਕਾਰ ਰੂਪ ਹੈ। ਸਤਿਗੁਰੂ ਸਾਕਾਰ ਰੂਪ ਵਿੱਚ ਹੈ ਪਰਮਾਤਮਾ, ਤੇ ਉਹੀ ਸਾਡੀ ਹਿਫਾਜ਼ਤ ਕਰਨ ਵਾਲਾ ਹੈ। ਹੁਣ ਭਗਵਾਨ ਨੇ ਵਿਚਾਰ ਕੀਤੀ, ਹੁਣ ਮੈਂ ਕੀ ਕਰਾਂ। ਬੜਾ ਉਹਨਾਂ ਮਨ ਦੜਾਇਆ। ਮਨ ਦੜਾ ਕੇ ਇਹਨਾਂ ਨੂੰ ਕੀ ਹੋਇਆ, ਚੰਦਰਾਵਲੀ ਜਿਹੜੀ ਸਖੀ ਸੀ ਉਹ ਆਈ, ਤੇ ਉਹਨਾਂ ਨੇ ਕਿਹਾ ਚੰਦਰਾਵਲੀ ਨੂੰ ਕਹਿੰਦੇ ਨੇ ਕਿ ਸਖੀ ਗੱਲ ਸੁਣ ਮੇਰੀ, ਤੇਰਾ ਸ਼ਿੰਗਾਰ ਬੜਾ ਸੁੰਦਰ ਹੈ, ਪਰ ਅੱਜ ਦਾ ਦਿਨ ਤੂੰ ਮੈਨੂੰ ਗੱਲ ਕੀ ਸ਼ਿੰਗਾਰ ਆਪਣਾ ਦੇ ਦੇ। ਅੱਜ ਮੈਨੂੰ ਬਹੁਤ ਲੋੜ ਪੈ ਗਈ ਹੈ। ਉਹ ਹੱਸ ਕੇ ਕਹਿੰਦੀ, ਪ੍ਰਭੂ ਤੁਹਾਨੂੰ ਇਹ ਸ਼ਿੰਗਾਰ ਦੀ ਕਾਹਦੀ ਲੋੜ ਪੈ ਗਈ। ਕਹਿੰਦੇ ਚੰਦਰਾਵਲੀ ਤੈਨੂੰ ਨਹੀਂ ਪਤਾ, ਮੈਨੂੰ ਕੋਈ ਯਾਦ ਕਰ ਰਿਹਾ ਹੈ, ਮੈਨੂੰ ਯਾਦ ਕਰ ਰਿਹਾ ਹੈ, ਮੈਂ ਰੁਕ ਨਹੀਂ ਸਕਦਾ। ਕਿਉਂ, ਸਾਡੇ ਕੋਲ ਤਾਂ ਬਹਾਨੇ ਬੜੇ ਨੇ, ਅਤੇ ਭਗਵਾਨ ਜਿਹੜਾ ਹੈ ਇਹਨਾਂ ਬਹਾਨਿਆਂ ਨੂੰ ਘੜਨ ਵਾਲਾ, ਉਹਦੇ ਕੋਲ ਬਹਾਨਾ ਨਹੀਂ ਕੋਈ। ਭਗਵਾਨ ਕੋਲ ਕੋਈ ਬਹਾਨਾ ਨਹੀਂ। ਜਿਹੜਾ ਇਸ ਸੰਸਾਰ ਦੀ ਰਚਨਾ ਨੂੰ ਰਚਣ ਵਾਲਾ ਹੈ, ਜਿਹੜੇ ਬਹਾਨੇ ਬਣਾਉਣ ਵਾਲਾ ਹੈ, ਉਹਦੇ ਕੋਲ ਆਪਣੇ ਵਾਸਤੇ ਕੋਈ ਬਹਾਨਾ ਨਹੀਂ। ਚੰਦਰਾਵਲੀ ਨੇ ਕੀ ਕੀਤਾ ਕਿ ਆਪਣਾ ਸਾਰਾ ਸ਼ਿੰਗਾਰ ਜਿਹੜਾ ਸੀ ਉਹ ਉਤਾਰ ਕੇ ਦੂਸਰੇ ਵਸਤਰ ਪਹਿਨ ਕੇ ਤੇ ਭਗਵਾਨ ਕ੍ਰਿਸ਼ਨ ਨੂੰ ਗਲ ਕੀ ਸਜਾਉਣਾ ਸ਼ੁਰੂ ਕੀਤਾ। ਦੇਖੋ, ਇੱਕ ਭਗਤ ਦੀ ਇੱਛਾ ਪੂਰੀ ਕਰਨ ਵਾਸਤੇ ਭਗਵਾਨ ਨੂੰ ਕੀ ਰੂਪ ਧਾਰਨ ਕਰਨਾ ਪੈਂਦਾ ਹੈ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਮੈਂ ਇਹਦੀ ਵਿਆਖਿਆ ਕਰ ਰਿਹਾ। ਕਹਿੰਦੇ ਨੇ ਜਦੋਂ ਮਿੱਤਰ ਬਣਾ ਲਿਆ, ਜਦੋਂ ਸਾਰੇ ਸਮਾਇਆ ਹੋਇਆ ਹੈ, ਫਿਰ ਹੁਣ ਕਮੀ ਰਹਿੰਦੀ ਕਿਸੇ ਗੱਲ ਦੀ। ਉੱਧਰ ਉਹ ਕੀ ਕੀਤਾ, ਉਹ ਹੱਠ ਕਰਕੇ ਬੈਠ ਜਾਂਦੀ ਹੈ ਰਾਧਾ ਨੇ ਹੱਠ ਕੀਤਾ ਹੈ ਕਿ ਮੈਂ ਪ੍ਰਭੂ ਮੈਨੂੰ ਦੀਦਾਰ ਦੇ ਇੱਥੇ ਬੈਠੀ। ਉਧਰ ਭਗਵਾਨ ਨੂੰ ਗੱਲ ਕੀ ਖਿੱਚ ਲੱਗੀ ਹੈ ਜਾਣਾ ਹੈ, ਉਧਰ ਰਾਧਿਕਾ ਨੂੰ ਖਿੱਚ ਲੱਗੀ ਹੈ ਪ੍ਰਭੂ ਤੂੰ ਆ। ਹੁਣ ਚੰਦਰਾਵਲੀ ਨੇ ਕੀਤਾ, ਇੱਕ ਇੱਕ ਕਰਕੇ ਸਾਰੇ ਗਹਿਣੇ ਪਹਿਨਾ ਦਿੱਤੇ, ਉਹ ਵਸਤਰ ਵੀ ਪਹਿਨਾ ਦਿੱਤੇ, ਬੜਾ ਸੁੰਦਰ ਲੱਗਿਆ, ਕੋਈ ਪਛਾਣਦਾ ਨਹੀਂ। ਤੇ ਭਗਵਾਨ ਜਿਹੜੇ ਨੇ ਉਹ ਕੀ ਕਰਦੇ ਨੇ, ਰਾਧਿਕਾ ਦੇ ਮਹੱਲ ਵੱਲ ਚੱਲ ਪਏ ਨੇ। ਤੁਰੇ ਜਾਂਦੇ ਨੇ, ਜਾ ਕੇ ਜਿਹੜੇ ਉਹਦਾ ਮਹੱਲ ਆ ਗਿਆ, ਦਰਵਾਜ਼ੇ ਵਿੱਚ ਪੈਰ ਰੱਖਿਆ ਏ, ਦਰਵਾਜ਼ੇ ਪੈਰ ਰੱਖਿਆ ਤੇ ਨਜ਼ਰ ਕਿੱਥੇ ਪਈ ਹੈ, ਵ੍ਰਿਸ਼ਭਾਨੂ ਖੁਦ ਪੈਰੇ ਤੇ ਆਪ ਬੈਠਾ ਹੈ, ਉਹਦਾ ਪਿਤਾ ਰਾਧਿਕਾ ਦਾ ਪੈਰੇ ਤੇ ਬੈਠਾ ਹੈ। ਉਸਨੇ ਤੱਕਿਆ ਏ, ਕੀ ਉਹਨੂੰ ਲੱਗਾ, ਉਹਨੇ ਸੋਚਿਆ ਇਹ ਕੋਈ ਸਖੀ ਹੋਣੀ ਹੈ, ਮਿਲਣ ਵਾਸਤੇ ਆਈ ਹੈ ਰਾਧਿਕਾ ਨੂੰ। ਤੇ ਭਗਵਾਨ ਨੀਵੀਂ ਧੌਣ ਕਰਕੇ ਅੱਗੇ ਨਿਕਲ ਜਾਂਦੇ ਨੇ। ਅੱਗੇ ਜਾ ਕੇ ਕੀ ਵੇਖਿਆ, ਰਾਧਾ ਨੇ ਨੈਣ ਮੁੰਦੇ ਹੋਏ ਨੇ, ਨੈਣ ਮੁੰਦੇ ਹੋਏ ਨੇ,
ਤੇ ਜਿਹੜੇ ਨੈਣ ਨੇ ਉਹ ਕਿੱਥੇ ਪੈ ਰਹੇ ਨੇ? ਉਹ ਭਗਵਾਨ ਦੀ ਮੂਰਤੀ ਤੇ ਪੈ ਰਹੇ ਨੇ। ਤੇ ਆਵਾਜ਼ ਕੀ ਆ ਰਹੀ ਹੈ? ਪ੍ਰਭੂ ਤੂੰ ਆ, ਹੇ ਪ੍ਰਭੂ ਆ ਕੇ ਮਿਲ, ਮੇਰੀਆਂ ਅੱਖੀਆਂ ਦੀ ਪਿਆਸ ਬੁਝਾ ਦੇ। ਕਿਉਂ? ਅੱਖੀਆਂ ਕਾਹਦੇ ਵਾਸਤੇ ਨੇ? ਅੱਖੀਆਂ ਜੀ ਦਰਸ਼ਨ ਨੂੰ, ਇਹ ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਇਹ ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ। ਸਤਿਗੁਰ ਮਿਲੇ ਤਾਂ ਦਰਸ਼ਨ ਪਾਈਏ ਪਿਆਰਿਓ, ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ, ਅੱਖੀਆਂ ਜੀ ਦਰਸ਼ਨ ਨੂੰ। ਇਹ ਕਦੋਂ ਕੰਮ ਆਉਣਗੀਆਂ? ਜਦੋਂ ਮਰ ਜਾਵਾਂਗੇ ਸੰਸਾਰ ਚੋਂ, ਸਵਾਸ ਬੰਦ ਹੋ ਜਾਣਗੇ। ਜਦ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ ਅੱਖਾਂ, ਉਹਨਾਂ ਚਿਰ ਸਾਨੂੰ ਲਾਭ ਦੇ ਸਕਦੀਆਂ ਨੇ। ਇਹ ਤੇ ਕਹਿੰਦਾ ਮੈਂ ਮਰਨਾ ਹੀ ਨਹੀਂ, ਇਹ ਕਹਿੰਦਾ ਮੈਂ ਮਰਨਾ ਨਹੀਂ, ਮੈਂ ਸੰਸਾਰ ਚੋਂ ਜਾਣਾ ਹੀ ਨਹੀਂ। ਪਰ ਉਧਰ ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਨੇ ਜੋ ਧਰਤੀ ਤੇ ਪੈਦਾ ਹੋਇਆ ਹੈ ਮਰਨ ਵਾਸਤੇ ਹੀ ਤੇ ਪੈਦਾ ਹੋਇਆ ਹੈ, ਤੂੰ ਕਹਿੰਦਾ ਮੈਂ ਮਰਨਾ ਹੀ ਨਹੀਂ। ਜੋ ਸੰਸਾਰ 'ਚ ਜੰਮਿਆ ਹੈ, ਜੰਮ ਜੰਮ ਮਰੇ ਮਰੇ ਫੁਨ ਜੰਮੇ। ਕਹਿੰਦੇ ਨੇ ਫਿਰ ਮਰਦਾ ਕਿਉਂ ਹੈ? ਜਨਮ ਲੈਣ ਵਾਸਤੇ ਮਰਦਾ ਹੈ। ਜੰਮ ਜੰਮ ਮਰੇ ਮਰੇ ਫੁਨ ਜੰਮੇ। ਕਹਿੰਦੇ ਕਿਉਂ? ਬਹੁ ਸਜਾਏ ਪਿਆ ਦੇਸ਼ ਲੰਮੇ। ਕਹਿੰਦੇ ਇਹ ਬੜਾ ਵੱਡਾ 84 ਦਾ ਦੇਸ਼ ਹੈ, ਇਹ 84 ਲੱਖ ਜੂਨ ਦਾ ਦੇਸ਼ ਹੈ। ਇਹਦੇ ਵਿੱਚ ਤੈਨੂੰ ਗੱਲ ਕੀ ਸਜ਼ਾ ਭੁਗਤਣ ਵਾਸਤੇ ਤੂੰ ਉਤਰਿਆ ਹੋਇਆ ਹੈ। ਤੂੰ ਕਹਿੰਦਾ ਮੈਂ ਮਰਨਾ ਹੀ ਨਹੀਂ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ? ਇਹ ਮਰਨਾ ਕਬੂਲ ਜੀ, ਜੀਵਨ ਦੀ ਛੱਡ ਦੇ ਆਸ਼ਾ। 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 ਜੀਵਨ ਦੀ ਛੱਡ ਦੇ ਆਸ਼ਾ, ਜੀਵਨ ਦੀ ਛੱਡ ਦੇ ਆਸ਼ਾ। ਜੀਵਨ ਦੀ ਛੱਡ ਦੇ ਆਸ਼ਾ, ਜੀਵਨ ਦੀ ਛੱਡ ਦੇ ਆਸ਼ਾ। ਜੀਵਨ ਦੀ ਛੱਡ ਦੇ ਆਸ਼ਾ, ਜੀਵਨ ਦੀ ਛੱਡ ਦੇ ਆਸ਼ਾ। ਜੀਵਨ ਦੀ ਛੱਡ ਦੇ ਆਸ਼ਾ, ਜੀਵਨ ਦੀ ਛੱਡ ਦੇ ਆਸ਼ਾ। ਮਰਨਾ ਕਬੂਲ ਜੀ, 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 ਜੀਵਨ ਦੀ ਛੱਡ ਦੇ ਆਸ਼ਾ। ਪ੍ਰਭੂ ਕਹਿ ਰਹੇ ਨੇ, ਸੁਸ਼ੀਲਾ ਉਧਰ ਕਹਿ ਰਹੀ ਹੈ, ਕਥਾ ਦੋ ਤੱਕ, ਇਹ ਪਿਆਰ ਦੀ ਕਥਾ ਹੈ। ਇਹ ਦੋ ਪਾਸੇ ਚੱਲ ਪਈ ਹੈ। ਇੱਕ ਪਾਸੇ ਅਮੀਰੀ ਹੈ, ਇੱਕ ਪਾਸੇ ਗਰੀਬੀ ਹੈ। ਸੁਦਾਮੇ ਪਾਸੇ ਗਰੀਬੀ ਹੈ, ਪਰ ਉਧਰ ਰਾਧਿਕਾ ਜਿਹੜੀ ਹੈ ਉਹਦੇ ਉਸ ਪਾਸੇ ਅਮੀਰੀ ਹੈ। ਪਰ ਪਰਮਾਤਮਾ ਇੱਕ ਹੈ, ਉਹ ਨਾ ਗਰੀਬ ਹੈ ਨਾ ਅਮੀਰ ਹੈ। ਉਹ ਫਰਿਆਦ ਦੋਨਾਂ ਦੀ ਸੁਣ ਰਿਹਾ ਹੈ। ਪਰ ਸਾਡੇ ਸੱਚੇ ਹਿਰਦੇ ਵਿੱਚੋਂ, ਸੱਚੇ ਦਿਲ ਦੇ ਨਾਲ
ਮਨ ਕਰਕੇ। ਤੱਦੇ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਤੂੰ ਜਪਣਾ ਤੇ ਜ਼ਰੂਰ ਹੈ, ਸਿਮਰਦਾ ਤੂੰ ਜ਼ਰੂਰ ਹੈ, ਜਪਦਾ ਜ਼ਰੂਰ ਹੈ, ਪਰ ਕਦੀ ਮਨ ਕਰ ਕਬੂ ਨਾ ਹਰ ਗੁਣ ਗਾਇਓ। ਕਹਿੰਦੇ ਮਨ ਕਰਕੇ ਨਹੀਂ ਜਪਿਆ ਤੂੰ ਆਪਣੀਆਂ ਵਾਸ਼ਨਾਵਾਂ ਕਰਕੇ ਜਪਣਾ ਹੈ। ਇਹ ਵਾਸ਼ਨਾ ਹੀ ਤੇ ਫੌਜ ਹੈ ਮਨ ਦੀ, ਵਾਸ਼ਨਾ ਉੱਤੇ ਜਨਮ ਹੈ। ਇਹ ਵਾਸ਼ਨਾ ਕਰਕੇ ਤੇ ਬਾਰ-ਬਾਰ ਜਨਮ ਲੈਂਦੇ ਹਾਂ, ਬਾਰ-ਬਾਰ ਮਰਦੇ ਹਾਂ। ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਅੱਖਾਂ ਜਿੱਧਰ ਜਾਂਦੀਆਂ ਨੇ ਮਨ ਉਧਰ ਭੱਜਦਾ ਹੈ, ਮਨ ਛਾਣਬੀਣ ਕਰਦਾ ਹੈ, ਛਾਣਬੀਣ ਕਰਦਾ ਹੈ। ਫਿਰ ਸਾਡੇ ਅੰਦਰ ਕੀ ਹੈ? ਤਰੰਗ ਉੱਠਦੀ ਹੈ। ਉਹ ਕਾਹਦੀ ਹੈ? ਉਹ ਕੀ ਹੈ? ਉਹ ਵਾਸ਼ਨਾ ਹੈ। ਇਹ ਚੰਗਾ ਹੈ, ਇਹ ਮੈਨੂੰ ਚੀਜ਼ ਚਾਹੀਦੀ ਹੈ, ਇਹ ਮਾੜਾ ਹੈ, ਇਹ ਚੀਜ਼ ਨਹੀਂ ਚਾਹੀਦੀ ਮੈਨੂੰ। ਫਿਰ ਇਹਨਾਂ ਉੱਤੇ ਉਹ ਇਹ ਜਿਹੜੀਆਂ ਵਾਸ਼ਨਾ ਨੇ ਦੀਆਂ ਤਰੰਗਾਂ ਨੇ, ਇਹ ਸੰਕਲਪ ਅਤੇ ਵਿਕਲਪ ਨੇ ਬਣ ਜਾਂਦੀਆਂ। ਇਹ ਸੰਕਲਪ ਅਤੇ ਵਿਕਲਪ ਜਿਹੜੇ ਨੇ ਇਹ ਸਾਡੇ ਖਜ਼ਾਨੇ ਜਮ੍ਹਾਂ ਹੁੰਦੇ ਜਾਂਦੇ ਨੇ। ਪਰਮਾਤਮਾ ਸਾਡੀਆਂ ਖਾਹਿਸ਼ਾਂ ਪੂਰੀਆਂ ਕਰੀ ਜਾ ਰਿਹਾ ਹੈ। ਮੰਗਣ ਦੀ ਲੋੜ ਹੀ ਨਹੀਂ, ਮੰਗਣ ਦੀ ਲੋੜ ਹੀ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਕਹਿੰਦੇ ਇੱਕ ਦਾਤ ਹੈ ਮੰਗਣ ਵਾਲੀ ਜਿਹੜੀ ਤੂੰ ਮੰਗਦਾ ਹੀ ਨਹੀਂ। ਕਹਿੰਦੇ ਜੇ ਮੰਗਣਾ ਹੈ ਸਤਿਗੁਰ ਦੇ ਕੋਲੋਂ ਕੀ ਕਰ ਕਿ ਸਤਿਗੁਰ ਦੇ ਕੋਲੋਂ ਸਤਿਗੁਰ ਨੂੰ ਮੰਗ ਲੈ, ਹੋਰ ਕੁਛ ਨਾ ਮੰਗ। ਜਦੋਂ ਸਤਿਗੁਰ ਨੂੰ ਮੰਗ ਲਿਆ ਬਾਕੀ ਚੀਜ਼ਾਂ ਪਿੱਛੇ ਨਹੀਂ ਰਹਿ ਜਾਂਦੀਆਂ, ਆਪਣੇ ਆਪ ਤੇਰੇ ਕੋਲ ਆਉਣਗੀਆਂ। ਹੁਣ ਰਾਧਾ ਜਿਹੜੀ ਹੈ ਉਹਨੇ ਅੱਖਾਂ ਖੋਲ੍ਹ ਕੇ ਦੀਦਾਰ ਕੀਤੇ, ਭਗਵਾਨ ਦੇ ਦੀਦਾਰ ਕੀਤੇ ਜਿਸਲੇ, ਤੇ ਭਗਵਾਨ ਬੜੇ ਪਿਆਰ ਨਾਲ ਪੁੱਛਦੇ ਆ, ਰਾਧਾ ਤੂੰ ਮੈਨੂੰ ਯਾਦ ਕੀਤਾ ਸੀ? ਉਹ ਕਹਿੰਦੀ ਹੈ ਪ੍ਰਭੂ ਅੱਜ ਮੇਰਾ ਵਰਤ ਹੈ, ਤੇ ਮੈਂ ਸੋਚਿਆ ਮੇਰਾ ਵਰਤ ਸਫਲ ਤਾਂ ਹੈ ਜੇ ਗੱਲ ਕੀ ਪਰਮਾਤਮਾ ਨੂੰ ਦਰਸ਼ਨ ਹੋਣਾ। ਹੁਣ ਆਪਣੇ ਅੰਦਰ ਹੀ ਝਾਤੀ ਮਾਰ ਕੇ ਵੇਖੋ, ਵਰਤ ਤੁਸੀਂ ਵੀ ਰੱਖ ਦਿਓ। ਵਰਤ ਵੇਲੇ ਕਦੀ ਰੱਬ ਚੇਤੇ ਆਇਆ ਹੈ? ਕਦੀ ਰੱਬ ਚੇਤੇ ਨਹੀਂ ਆਇਆ। ਧੀਆਂ ਪੁੱਤਰਾਂ ਨੂੰ ਯਾਦ ਕੀਤਾ ਹੈ, ਅਸੀਂ ਸਹੇਲੀਆਂ ਨੂੰ ਭੈਣਾਂ ਨੂੰ ਯਾਦ ਕੀਤਾ ਹੈ, ਰਿਸ਼ਤੇਦਾਰਾਂ ਨੂੰ ਯਾਦ ਕੀਤਾ ਹੈ, ਪਰ ਰੱਬ ਨੂੰ ਯਾਦ ਨਹੀਂ ਕੀਤਾ, ਗੁਰੂ ਨੂੰ ਯਾਦ ਨਹੀਂ ਕੀਤਾ। ਰੱਖਿਆ ਵਰਤ ਹੈ ਤੇ ਉਹੋ ਹੀ ਵਰਤ ਸਾਡੇ 'ਤੇ ਵਰਤ ਜਾਂਦਾ ਜੀ। ਫਿਰ ਉਹੋ ਹੀ ਵਰਤ ਸਾਡੇ 'ਤੇ ਵਰਤ ਜਾਂਦਾ ਹੈ। ਉਹ ਕਿਸ ਤਰੀਕੇ ਨਾਲ ਵਰਤਦਾ ਹੈ? ਸਾਡੇ ਅੰਦਰ ਸੰਕਲਪ ਵਿਕਲਪ ਪੈਦਾ ਕਰਕੇ ਸਾਨੂੰ ਜਨਮ ਦਿੰਦਾ ਹੀ ਜਾਂਦਾ ਹੈ। ਸੰਸਾਰ ਸਾਗਰ ਵਿੱਚ ਆ ਕੇ ਇਹ ਮੱਤ ਆਖੋ ਕਿ ਅਸੀਂ ਨਾਮ ਲੈ ਲਏ, ਨਾਮ ਤੇ ਲੈ ਲਿਆ ਪਰ ਜਪਿਆ ਨਹੀਂ। ਟਿਕਟ ਲਈ ਹੈ, ਗੱਡੀ 'ਚ ਸਵਾਰ ਹੋਇਆ ਹੀ ਨਹੀਂ। ਟਿਕਟ ਲਈ ਹੈ, ਗੱਡੀ 'ਚ ਸਵਾਰ ਹੋਇਆ ਹੀ ਨਹੀਂ, ਸਫ਼ਰ ਨਹੀਂ ਹੋਵੇਗਾ। ਕਿ ਨਾਮ ਲਿਆ ਹੈ, ਨਾਮ ਜਪਿਆ ਨਹੀਂ, ਸੰਸਾਰ ਸੂਪੀ ਭਵ ਸਾਗਰ ਤੋਂ ਪਾਰ ਕਿਵੇਂ ਹੋਵੇਗਾ? ਜਗਤ ਦੀ ਰਚਨਾ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਉਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਬੇੜਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਹੀ ਵੇਲਾ, ਇਹ ਵੇਲਾ ਤੇਰੇ ਹੱਥ ਆ ਗਿਆ। ਪਿਆਰੇ ਜੀ 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 ਇਹ
ਇਹ ਵੇਲਾ ਤੇਰੇ ਹੱਥੀ ਆ ਗਿਆ। ਪਿਆਰੇ ਜੀ ਇਹ ਵੇਲਾ ਤੇਰੇ ਹੱਥੇ ਆ ਗਿਆ। ਪਿਆਰੇ ਜੀ ਇਹ ਵੇਲਾ ਤੇਰੇ ਹੱਥੇ ਆ ਗਿਆ। ਉਹ ਬੇੜਾ ਬੰਨ ਲੈ ਬੰਨਣ ਦਾ ਈ ਵੇਲਾ, ਇਹ ਵੇਲਾ ਤੇਰੇ ਹੱਥੀ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਈ ਵੇਲਾ, ਇਹ ਵੇਲਾ ਤੇਰੇ ਹੱਥੀ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਈ ਵੇਲਾ, ਇਹ ਵੇਲਾ ਤੇਰੇ ਹੱਥੇ ਆ ਗਿਆ। ਬੇੜਾ ਬੰਨ ਲੈ ਬੰਨਣ ਦਾ ਈ ਵੇਲਾ, ਇਹ ਵੇਲਾ ਤੇਰੇ ਹੱਥੇ ਆ ਗਿਆ। ਮਾਰੇ ਕਹਿੰਦੇ ਜਦੋਂ ਵੇਲਾ ਸੀ ਬੰਨਣ ਦਾ, ਬੇੜਾ ਬੰਨ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਤੇ ਹੇਲਾ। ਜਦੋਂ ਬਚਪਨਾ ਸੀ, ਜਵਾਨੀ ਸੀ, ਇਹ ਵੇਲਾ ਸੀ ਬੰਨਣ ਦਾ ਬੇੜੇ ਨੂੰ। ਇਹ ਧਨ ਇਕੱਠਾ ਕਰਨ ਦਾ ਵੇਲਾ ਸੀ। ਕਿਹੜਾ ਧਨ? ਨਾਮ ਰੂਪੀ ਧਨ, ਸੇਵਾ ਰੂਪੀ ਧਨ। ਇਹ ਸੇਵਾ ਤੇ ਨਾਮ ਰੂਪੀ ਦੋ ਤਰ੍ਹਾਂ ਦਾ ਧਨ ਜਿਹੜਾ ਸੀ ਇਹ, ਤੇ ਤੀਸਰੀ ਹੈ ਕਥਾ ਸ਼ਰਵਣ ਕਰਨੀ, ਸਤਸੰਗ ਸੁਣਨਾ। ਇਹ ਤਿੰਨ ਤਰ੍ਹਾਂ ਦਾ ਧਨ ਜਿਹੜਾ ਸੀ ਇਹ ਬਚਪਨ ਜਵਾਨੀ ਵਿੱਚ ਇਕੱਠਾ ਕਰਨਾ ਸੀ। ਬਚਪਨ ਖੇਡ ਕੇ ਗਵਾ ਦਿੰਦਾ ਹੈ ਤੇ ਜਵਾਨੀ ਜਿਹੜੀ ਹੈ ਇਹ ਵਿਕਾਰਾਂ ਵਿੱਚ ਗਵਾ ਦਿੰਦਾ ਹੈ। ਅਧਕੜ ਉਮਰ ਆ ਜਾਂਦੀ ਹੈ ਤੇ ਫਿਰ ਕੀ ਕਰਦਾ ਹੈ? ਇਹ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸਿੰਚੇ ਦਰਬ ਦੇਹ ਦੁੱਖ ਲੋਗ, ਤੇਰੇ ਕਾਰਨ ਨਾ ਅਵਰਾ ਜੋਗ। ਸਿੰਚੇ ਦਰਬ, ਦਰਬ ਕਹਿੰਦੇ ਧਨ ਨੂੰ, ਕਹਿੰਦੇ ਧਨ ਨੂੰ ਇਕੱਠਾ ਕਰਦਾ ਹੈ। ਦੇਹ ਨੂੰ ਦੁਖੀ ਕਰ ਕਰਕੇ, ਜ਼ੁਬਾਨ ਕਹਿੰਦੀ ਹੈ ਮੰਗਦੀ ਹੈ, ਦਿਲ ਮਨ ਕਹਿੰਦਾ ਖਾਣਾ ਹੈ, ਕਹਿੰਦੇ ਨਹੀਂ ਪੈਸੇ ਖਰਚ ਹੋ ਜਾਣਗੇ, ਸੰਕੋਚ ਕੇ ਰੱਖਦਾ ਹੈ। ਉਹਨੂੰ ਖਾਣ ਵਾਸਤੇ ਪਿਆਸ ਹੀ ਨਹੀਂ ਬੁਝਾਉਂਦਾ। ਜਿਹੜੀ ਖਾਣ ਦੀ ਪਿਆਸ ਲੱਗੀ ਉਹ ਪਿਆਸ ਬੁਝਾਉਂਦਾ ਨਹੀਂ, ਪੈਸਾ ਕੋਲ ਹੈ, ਉਹਨੂੰ ਕੀ ਕਰਦਾ? ਜਮ੍ਹਾਂ ਕਰਦਾ ਹੈ, ਸਿੰਚੇ ਇਕੱਠਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸਿੰਚੇ ਦੇਹ, ਸਿੰਚੇ ਦਰਬ ਦੇਹ ਦੁੱਖ ਲੋਗ, ਤੇਰੇ ਕਾਰਨ ਅਵਰਾ ਜੋਗ। ਕਹਿੰਦੇ ਓਏ ਜਦੋਂ ਇੰਨੇ ਚਿਰ ਨੂੰ ਕੀ ਹੁੰਦਾ ਹੈ? ਧਨ ਇਕੱਠਾ ਕਰੀ ਜਾਂਦਾ ਹੈ, ਕਹਿੰਦਾ ਮੈਂ ਆਪਣੇ ਬੁਢੇਪੇ ਵਾਸਤੇ ਰੱਖਣਾ ਹੈ। ਇੰਨੇ ਚਿਰ ਨੂੰ ਕੀ ਹੁੰਦਾ? ਬੁਢੇਪਾ ਹੁੰਦਾ ਹੀ ਨਹੀਂ ਕਈ ਵਾਰੀ, ਤੇ ਪਹਿਲਾਂ ਹੀ ਗੱਲ ਕੀ ਕੂਚ ਕਰ ਜਾਂਦਾ ਹੈ ਕਿ ਜਿਹੜਾ ਧਨ ਉਹਦਾ ਕੀ ਬਣਿਆ? ਉਹ ਧਨ ਫਿਰ ਧੀਆਂ ਪੁੱਤਰਾਂ ਦੇ ਹੱਥ ਆ ਗਿਆ, ਜਵਾਈਆਂ ਦੇ ਹੱਥ ਆ ਗਿਆ। ਕੋਈ ਸ਼ਰਾਬੀ ਹੈ, ਸ਼ਰਾਬ ਪੀਂਦਾ ਹੈ, ਕੋਈ ਮਾਸਾਹਾਰੀ ਹੈ, ਮਾਸ ਖਾਂਦਾ ਹੈ। ਜਿਸ ਧਨ ਦੇ ਨਾਲ ਇਸ ਨੇ ਕੀ ਕਰਨਾ? ਪੁਰਸ਼ਾਰਥ ਕਰਨਾ ਸੀ, ਉਸ ਧਨ ਦੇ ਨਾਲ ਕੀ ਹੈ? ਉਹ ਦੁਰਾਚਾਰ ਹੋ ਰਿਹਾ ਹੈ। ਹੱਥੀਂ ਦਈਏ, ਮਹਾਰਾਜ ਜੀ ਫਰਮਾਇਆ ਕਰਦੇ ਸਨ ਆਪਣੇ ਮਹਾਰਾਜ ਜੀ, ਕਹਿੰਦੇ ਹੱਥੀਂ ਦਈਏ, ਹੱਥੀਂ ਲਈਏ, ਹੱਥੀਂ ਬਣੀਏ ਪੱਲੇ। ਕਹਿੰਦੇ ਉਹ ਐਸਾ ਨਹੀਂ ਕੋਈ ਜੰਮਿਆ ਜਿਹੜਾ ਪਿੱਛੋਂ ਦੀ ਕੱਲੇ। ਪਿੱਛੋਂ ਕੀ ਕਰਨਾ ਹੈ? ਕੀ ਪਤਾ ਕਿਸੇ ਨੇ ਸਾਡਾ ਸ਼ਰਾਧ ਵੀ ਕਰਨਾ ਹੈ ਕਿ ਨਹੀਂ ਕਰਨਾ। ਆਸਾ ਸ਼ਰਾਧ ਉੱਤੇ ਹੀ ਹੈ ਨਾ ਕਿ ਸਾਡਾ ਧੀ ਪੁੱਤਰ ਹੋਏਗਾ, ਕੋਈ ਸ਼ਰਾਧ ਕਰੇਗਾ, ਪਰ ਤੈਨੂੰ ਕੀ ਲਾਭ ਹੈ ਸ਼ਰਾਧ ਕਰੇਗਾ? ਇਹ ਸੋਚ ਅੱਗੋਂ ਹੈ। ਇਹ ਤੇ ਉਹਨੂੰ ਲਾਭ ਹੈ ਜਿਹਨੇ ਕਰਨਾ ਹੈ। ਇਸ ਬਹਾਨੇ ਨਾਲ ਉਹਨੇ ਕੀ ਕਰਨਾ ਹੈ? ਹੱਥੋਂ ਕੋਈ ਦੇਣਾ ਹੈ, ਆਪਣੇ ਵਾਸਤੇ ਦੇਣਾ ਹੈ। ਤੈਨੂੰ ਕੀ ਲਾਭ ਹੈ? ਪਰ ਇਹ ਝੂਠੀਆਂ ਹੀ। ਮਾਰੀ ਕਹਿੰਦੇ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਕਹਿੰਦੇ ਇਹ ਅਸੂਣੀ ਵੱਤ ਹੈ ਇਹ ਜੀਵ ਦੀ, ਝੂਠੀ ਆਸ ਹੈ। ਇਹ ਝੂਠੀ ਆਸ ਲੈ ਕੇ ਜਿਉਂਦਾ ਪਿਆ ਹੈ ਕਿ ਮੇਰਾ ਪੁੱਤਰ ਮੇਰਾ ਕੁਛ ਧਿਆਨ ਕਰੇਗਾ। ਪਤਾ ਨਹੀਂ ਅੱਗੋਂ ਉਹਨੇ ਪਾਣੀ ਦਾ ਘੁੱਟ ਵੀ ਦੇਣਾ ਕਿ ਦੇਣਾ ਨਹੀਂ। ਪਿਆਰੀ ਸਾਧ ਸੰਗਤ, ਜਿੰਨਾ ਚਿਰ ਸੰਸਾਰ ਵਿੱਚ ਆ ਕੇ ਇਸ ਨੇ ਕੀ ਕਰਨਾ ਸੀ? ਇਸ ਨੇ ਕੀ ਕਰਨਾ ਸੀ? ਜੋ ਗੱਲ ਕੱਲ ਕੀ ਜੋ ਇਹਨੇ ਕਰਨਾ ਸੀ, ਇਹਨੇ ਉਸੇ ਵੇਲੇ ਕਰਨਾ ਸੀ। ਕਿਉਂਕਿ ਇਹਦਾ ਮਨ ਤੇ ਘੜੀ ਘੜੀ ਪਲ ਪਲ ਲੁੱਟੀ ਜਾ ਰਿਹਾ ਇਹਨੂੰ। ਪਹਿਲਾਂ ਕਹਿੰਦਾ ਮੈਂ ਦਾਨ ਕਰਨਾ ਹੈ, ਮੈਂ 1000 ਰੁਪਈਆ ਦਾਨ ਕਰਨਾ ਹੈ। ਕਥਾ ਹੁੰਦੀ ਹੈ ਇੱਕ ਨਿੱਕੀ ਜੀ, ਕਥਾ ਆਈ ਇਹ ਹੈ ਕਿ ਇੱਕ ਆਦਮੀ ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ ਤੇ ਵਹਿੰਦਾ ਕੀ ਹੈ ਕਿ ਖਜੂਰ ਦਾ ਪੇੜ ਬੜਾ ਵੱਡਾ ਹੈ। ਖਜੂਰਾਂ ਜਿਹੜੀਆਂ ਨੇ ਉੱਤੇ ਪੱਕੀਆਂ ਹੋਈਆਂ ਨੇ, ਕੁਝ ਲਾਲ ਹੋਈਆਂ ਦੀਆਂ ਨੇ, ਤੇ ਮਨ 'ਚ ਵਿਚਾਰ ਆਈ ਜੇ ਬਾਜ਼ਾਰੋਂ ਲਵਾਂਗਾ ਤੇ ਪੈਸੇ ਖਰਚਣੇ ਪੈਣੇ ਆ, ਤੇ ਮਨਾ ਤੁਰਿਆ ਜਾ ਰਿਹਾ, ਰਸਤੇ ਵਿੱਚ ਖਜੂਰ ਹੈ, ਚੜ੍ਹ ਜਾ ਉੱਤੇ। ਮਨ ਦੇ ਆਖੇ ਲੱਗ ਕੇ ਖਜੂਰ 'ਤੇ ਚੜ੍ਹ ਜਾਂਦਾ ਹੈ। ਜਿਸ ਵੇਲੇ ਖਜੂਰ 'ਤੇ ਚੜ੍ਹ ਜਾਂਦਾ ਹੈ,
ਹੁਣ ਤੁਹਾਨੂੰ ਪਤਾ ਹੈ ਖਜੂਰ ਦਾ ਪੇੜ ਹੁੰਦਾ ਹੈ, ਸ਼ਾਖਾ ਤੇ ਹੁੰਦੀ ਕੋਈ ਨਹੀਂ ਉਹਨੂੰ, ਤੇ ਉਹਦੇ ਗੱਲ ਕੀ ਸੱਕ ਹੁੰਦੇ ਨੇ, ਸੱਕਾਂ ਦੇ ਉੱਤੇ ਪੈਰ ਰੱਖ ਕੇ ਬੰਦਾ ਤਾਂ ਚੜ੍ਹਿਆ ਜਾਂਦਾ ਹੈ। ਤੇ ਉਹ ਤਣੇ ਦਾ ਤਣਾ ਹੀ ਹੁੰਦਾ ਹੈ, ਉੱਤੇ ਜਾ ਕੇ ਉਹਦਾ ਛਤਰ ਬਣਦਾ ਹੈ। ਤੇ ਕਈ ਵਾਰੀ ਹਵਾ ਆਏ ਤੇ ਉੱਤੋਂ ਛਤਰ ਉਹਦਾ ਭਾਰਾ ਹੁੰਦਾ ਤੇ ਉਹ ਡੋਲਦੀ ਹੈ। ਮੈਂ ਚੜ੍ਹ ਕੇ ਵੇਖਿਆ ਆਪ, ਮੈਂ ਆਪ ਵੀ ਚੜ੍ਹ ਕੇ ਵੇਖਿਆ ਖਜੂਰ 'ਤੇ। ਜਿਸਲੇ ਉਹ ਆਦਮੀ ਉਹਦੇ ਉੱਤੇ ਚੜ੍ਹ ਜਾਂਦਾ ਹੈ, ਉੱਤੇ ਚੜ੍ਹ ਜਾਂਦਾ, ਜਿਸਲੇ ਦੂਰ ਚਲਾ ਗਿਆ ਉੱਤੇ ਉਹਨੇ ਕੀਤਾ ਕਿ ਖਜੂਰਾਂ ਜਿਹੜੀਆਂ ਕੁਝ ਖਾਧੀਆਂ, ਤੇ ਹੁਣ ਕੁਝ ਖਾਧੀਆਂ ਜਿਸਲੇ, ਤੇ ਉਹਨੇ ਵਿਚਾਰ ਕੀਤੀਆਂ ਹੁਣ ਘਰ ਵਾਲੀ ਵਾਸਤੇ ਵੀ ਲੈ ਜਾਵਾਂ। ਉਹਨੇ ਕੀ ਕੀਤਾ ਕਿ ਆਪਣੀ ਜੇਬਾਂ ਭਰਨੀ ਸ਼ੁਰੂ ਕਰ ਦਿੱਤੀਆਂ। ਇਹ ਲਾਲਚ, ਜਿੰਨੇ ਵੀ ਲਾਲਚ ਨੇ ਸਾਰੇ ਸਾਨੂੰ ਬੰਨਣ ਵਾਸਤੇ ਸੰਸਾਰ ਵਿੱਚ ਨੇ। ਜੇ ਕੀ ਲਾਲਚ ਤੇ ਆਪ ਬੰਧਾਇਓ। ਕਹਿੰਦੇ ਜਿਸ ਤਰ੍ਹਾਂ ਦਾ ਅਸੀਂ ਗੱਲ ਕੀ ਸੰਸਾਰ ਵਿੱਚ ਲਾਲਚ ਨੂੰ ਪਕੜਿਆ, ਉਸੇ ਤਰ੍ਹਾਂ ਨਾਲ ਅਸੀਂ ਬੱਝ ਗਏ। ਤੇ ਸੰਸਾਰ ਵਿੱਚ ਇਹ ਲਾਲਚ ਕਰਕੇ ਸਾਡਾ ਜੀਵਨ ਜਾ ਰਿਹਾ ਹੈ। ਇਹ ਸਾਡਾ ਕੀਮਤੀ ਸਰੀਰ ਜਿਹਨੂੰ ਕਿਹਾ ਅਸੀਂ, ਇਹਨੂੰ ਹੀਰਾ ਕਿਹਾ ਹੈ। ਤੇ ਉਧਰ ਮਾਰੇ ਕੀ ਕਹਿੰਦੇ ਨੇ, ਤੂੰ ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ, 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 ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ, ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ, ਓ ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ, ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ, ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ, ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ। ਦੁਨੀਆ ਵਿੱਚ ਆ ਕੇ ਫਸ ਗਿਆ ਹੈ ਤੇ ਦੁਨੀਆ ਦੇ ਪਿੱਛੇ ਲੱਗ ਕੇ ਤੇ ਆਪਣੇ ਹੀਰੇ ਨੂੰ ਕੀ ਕਰਦਾ, ਰੋਲ ਰਿਹਾ ਹੈ। ਖਜੂਰ ਤੇ ਉੱਤੇ ਗਿਆ ਕੇ ਕੀ ਕੀਤਾ ਉਹਨੇ ਖਜੂਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ। ਇੰਨੇ ਚਿਰ ਨੂੰ ਕੀ ਹੋਇਆ, ਹਵਾ ਦਾ ਬੁੱਲਾ ਆਇਆ, ਬੜੀ ਤੇਜ਼ ਆਇਆ, ਤੇ ਉਹ ਜਿਹੜਾ ਖਜੂਰ ਦਾ ਪੇੜ ਸੀ ਉਹ ਇੱਦਾਂ ਝੂਲਦਾ ਹੈ। ਉੱਥੇ ਫਿਰ ਜਿਹੜੀ ਜਾਨ ਸੀ ਖਤਰੇ 'ਚ ਪੈ ਗਈ। ਹੁਣ ਮੈਂ ਮਰਿਆ ਕਿ ਮਰਿਆ। ਤੇ ਮਰਦਾ ਬੰਦਾ ਸਭ ਕੁਝ ਹੀ ਕਰਦਾ, ਫਿਰ ਕੁਝ ਨਹੀਂ ਛੱਡਦਾ, ਜੋ ਮੂੰਹ ਆਏ ਬਕੀ ਜਾਂਦਾ ਹੈ। ਉਹ ਕੀ ਕਹਿੰਦਾ, ਹੇ ਸੱਚਿਆ ਪਾਤਸ਼ਾਹ, ਐ ਮਾਤਾ ਮੈਂ ਤੇਰੇ ਨਾਰੀਅਲ ਚੜਾਵਾਂਗਾ ਤੇ ਨਾਲ ਮੈਂ 1001 ਰੁਪਈਆ ਨਾਲ ਚੜਾਵਾਂਗਾ, ਪਰ ਮੈਨੂੰ ਇਸ ਤੂਫਾਨ ਤੋਂ ਬਚਾ ਲੈ। ਉਹ ਅਰਦਾਸਾਂ ਕਰਦਾ ਹੈ, ਦੇਵੀ ਦਾ ਪੁਜਾਰੀ ਸੀ। ਅਰਦਾਸਾਂ ਕਰਦਿਆਂ ਕੀ ਕੀਤਾ, ਹੌਲੀ ਹੌਲੀ ਨਾਲੇ ਡਰਦਿਆਂ ਮਾਰਿਆਂ ਥੱਲੇ ਉਤਰਨਾ ਸ਼ੁਰੂ ਕੀਤਾ। ਉਹਨੇ ਨਾਲੇ ਡਰਦਿਆਂ ਮਾਰਿਆਂ ਥੱਲੇ ਆਈ ਗਿਆ, ਨਾਲੇ ਅਰਦਾਸ ਕਰੀ ਗਿਆ। ਇੰਨੇ 'ਚ ਉਹਨੂੰ ਹਵਾ ਵੀ ਠੰਡੀ ਪੈ ਗਈ, ਧਰਤੀ 'ਤੇ ਉਤਰਿਆ ਤੇ ਸੁੱਖ ਦਾ ਸਾਹ ਆਇਆ। ਪਰ ਜਦੋਂ ਚੇਤਾ ਆਇਆ, ਮੈਂ ਤੇ 1001 ਰੁਪਈਆ ਸੁੱਖ ਚੁੱਕਾ ਏ, ਇੱਥੇ ਏਡੀ ਵੱਡੀ ਮੰਗ। ਕੰਜੂਸ ਬੜਾ ਸੀ, ਉਹਨੇ ਵਿਚਾਰ ਕੀਤੀ ਕਿ ਇੱਥੇ ਕੰਮ ਖਰਾਬ ਹੈ, ਹੁਣ ਕੀ ਕੀਤਾ ਜਾਵੇ। ਤੁਰਿਆ ਹੁੰਦਾ ਹੈ, ਮੂੰਹ ਮਸੋਸਿਆ ਹੋਇਆ ਹੈ, ਘਰ ਵਾਲਾ ਆ ਰਿਹਾ ਹੈ, ਅੱਗੋਂ ਕੋਈ ਦੋਸਤ ਮਿਲਿਆ, ਕਹਿੰਦੇ ਨੇ ਕੋਈ ਮਰ ਗਿਆ ਹੈ ਜਾਂ ਗੱਲ ਕੀ ਕੋਈ ਗਵਾਚ ਗਿਆ ਹੈ। ਕਹਿੰਦੇ ਕਿਉਂ, ਕਹਿੰਦੇ ਤੇਰਾ ਮੂੰਹ ਹੀ ਇੱਦਾਂ ਦਾ ਹੈ। ਕਿਉਂਕਿ ਜਿਹੜਾ ਸਾਡਾ ਚਿਹਰਾ ਹੈ ਸ਼ੀਸ਼ਾ ਹੈ, ਸਾਡੇ ਅੰਦਰ ਗਮੀ ਆਉਂਦੀ ਹੈ ਤੇ ਸਾਡੇ ਚਿਹਰੇ ਤੋਂ ਪਛਾਣ ਲੈਂਦੇ ਲੋਕ ਵੀ ਇਹ ਮਯੂਸੀ ਵਿੱਚ ਹੈ। ਜਿਸ ਲਈ ਗੱਲ ਕੀ ਉਹਨੇ ਕਿਹਾ ਵੀ ਗੱਲ ਨਾ ਕੋਈ ਮਰਿਆ ਹੈ ਤੇ ਨਾ ਗੱਲ ਕੀ ਮਰਨ ਵਾਲਾ ਹੀ ਹੈ, ਕੋਈ ਨਾ ਕੋਈ ਬਿਮਾਰ ਹੈ, ਪਰ ਗੱਲ ਹੈ ਕਿ ਮੈਂ 1001 ਰੁਪਈਆ ਸੁੱਕ ਚੁੱਕਾ ਹੈ ਮਾਤਾ ਦੇ, ਤੇ ਬੜਾ ਮਹਿੰਗਾ ਕੰਮ ਪਿਆ, ਇੰਨੀਆਂ ਕੁ ਖਜੂਰਾਂ ਬਦਲੇ। ਆ ਥੋੜ੍ਹੀਆਂ ਖਜੂਰਾਂ ਨੇ ਜੇਬ 'ਚ ਪਾਈਆਂ, ਇਹਨਾਂ ਖਜੂਰਾਂ ਬਦਲੇ ਮੈਂ 1001 ਰੁਪਈਆ ਸੁੱਕ ਚੁੱਕਾ ਹੈ। ਇਹ ਬਹੁਤ ਮਹਿੰਗੀਆਂ ਪਈਆਂ ਨੇ।
ਕਹਿੰਦੇ ਲੈ ਇਹ ਵੱਡੀ ਗੱਲ ਹੈਗੀ ਹੈ। ਕਹਿੰਦੇ ਨਹੀਂ, ਇਹ ਤਾਂ ਬੜਾ ਸੌਖਾ ਤਰੀਕਾ ਹੈ ਮਾਤਾ ਨੂੰ ਖੁਸ਼ ਕਰਨਾ। ਕਹਿੰਦੀ ਉਹ ਕਿੱਦਾਂ? ਕਹਿੰਦੇ ਚੁੱਪ ਕਰਕੇ ਇੱਕ ਲਾਲ ਮੌਲੀ ਲੈ, ਇੱਕ ਨਾਰੀਅਲ ਲੈ, ਅਤੇ ਲਾਲ ਮੌਲੀ ਜਿਹੜੀ ਹੈ ਨਾਰੀਅਲ 'ਤੇ ਲਪੇਟ ਕੇ ਅਤੇ ਮਾਤਾ ਦੇ ਚਰਨਾਂ 'ਚ ਭੇਟਾ ਕਰਦੇ, ਉਹਨੇ ਉਹਦੇ ਵਿੱਚ ਹੀ ਖੁਸ਼ ਹੋ ਜਾਣਾ। ਕਹਿੰਦੀ ਇਹ ਤੇਰਾ ਤਰੀਕਾ ਤਾਂ ਬੜਾ ਵਧੀਆ। ਉਹ ਘਰ ਨਹੀਂ ਗਿਆ, ਉਹਨੇ ਉਸ ਵੇਲੇ ਕੀ ਕੀਤਾ? ਕਹਿੰਦੇ ਸਲਾਹ ਬੜੀ ਵਧੀਆ ਹੈ, ਕਿਤੇ ਚੇਤਾ ਨਾ ਭੁੱਲ ਜਾਵੇ। ਉਸ ਵੇਲੇ ਬਾਜ਼ਾਰ ਨੂੰ ਫਿਰ ਤੁਰ ਪਿਆ। ਕਿੱਥੇ ਜਾਂਦਾ ਹੈ? ਉਹ ਕੀ ਕਰਦਾ? ਨਾਰੀਅਲ ਦੀ ਦੁਕਾਨ 'ਤੇ ਜਾਂਦਾ ਹੈ। ਕਹਿੰਦਾ ਨਾਰੀਅਲ ਹੈ? ਕਹਿੰਦੇ ਬਹੁਤ। ਕਹਿੰਦੇ ਕਿੰਨੇ ਦਾ? ਉਹਨੇ ਕਿਹਾ 5 ਰੁਪਏ ਦਾ ਹੈ। ਕਹਿੰਦਾ ਨਹੀਂ ਯਾਰ ਕੁਛ ਘੱਟ ਕਰ। ਕਹਿੰਦੇ ਨਹੀਂ 5 ਰੁਪਏ ਦਾ ਮਿਲਣਾ ਹੈਗਾ ਹੈ। ਕਹਿੰਦੇ ਮੂੰਹ ਮੰਗਿਆ ਤੇ ਮੌਤ ਵੀ ਨਹੀਂ ਮਿਲਦੀ। ਤੇ ਵਾਕਈ ਗੱਲ ਨਹੀਂ ਮਿਲਦੀ ਹੈਗੀ। ਜਦੋਂ ਆਉਣੀ ਹੈ ਉਦੋਂ ਮੰਗਣੀ ਨਹੀਂ ਹੈਗੀ, ਆਪਣੇ ਆਪ ਹੀ ਆ ਜਾਣੀ ਹੈ। ਉਹ ਕਹਿੰਦਾ ਘੱਟ ਕਰ, ਮੈਂ ਇੰਨੇ ਪੈਸੇ ਨਹੀਂ ਦੇਣੇ। ਉਹ ਕਹਿੰਦਾ ਇੱਦਾਂ ਕਰ, ਚੁੰਗੀ ਦੇ ਬਾਹਰ ਚਲ ਜਾ, ਸ਼ਹਿਰ ਦੀ ਚੁੰਗੀ ਹੈ ਉਹਦੇ ਬਾਹਰ ਚਲ ਜਾ, ਉੱਥੇ ਚੁੰਗੀ ਲੱਗਦੀ ਹੈ ਅਤੇ ਤੈਨੂੰ ਉੱਥੋਂ ਕਰਕੇ ਤੈਨੂੰ 4 ਰੁਪਏ ਦਾ ਮਿਲ ਜਾਏਗਾ। ਹੁਣ ਉੱਥੇ ਜਾਂਦਾ ਹੈ, ਤੁਰਿਆ ਜਾਂਦਾ। ਕਹਿੰਦਾ ਥੋੜ੍ਹਾ ਕਰਕੇ ਅੱਧਾ ਮੀਲ ਤੁਰ ਲੈਂਦੇ ਹਾਂ। ਉਹ ਤੁਰਦਾ ਤੁਰਦਾ ਉੱਥੇ ਜਾਂਦਾ ਹੈ, ਜਾ ਕੇ ਪੁੱਛਿਆ ਵੀ ਨਾਰੀਅਲ ਦਾ ਕੀ ਰੇਟ ਹੈ? ਕਹਿੰਦੇ 4 ਰੁਪਈਏ ਵੀ। ਉਹ ਕਹਿੰਦਾ ਕੁਛ ਘੱਟ ਕਰ। ਕਹਿੰਦੇ ਘੱਟ ਨਹੀਂ ਹੋਣਾ, 4 ਰੁਪਏ ਦਾ ਮਿਲਣਾ ਹੈ। ਉਹ ਕਹਿੰਦਾ ਨਹੀਂ ਕੁਛ ਘੱਟ ਕਰ। ਉਹਨੇ ਸੋਚਿਆ ਵੀ ਇਹ ਕੰਜੂਸ ਲੱਗਦਾ ਹੈ ਕੋਈ। ਕਹਿੰਦਾ ਇੱਥੋਂ 2 ਮੀਲ ਦੂਰ ਸਾਡਾ ਬਾਗ ਹੈ, ਉੱਥੇ ਚੱਲ ਜਾ, ਨਾਰੀਅਲ ਦਾ, ਉੱਥੇ ਤੈਨੂੰ ਘੱਟ ਮਿਲ ਜਾਏਗਾ, 3 ਰੁਪਏ ਦਾ ਮਿਲ ਜਾਏਗਾ। ਉਹ ਕਹਿੰਦਾ ਇਹ ਕਿਹੜੀ ਗੱਲ ਹੈ, ਉੱਥੇ ਚੱਲ ਜਾਂਦੇ। ਹੁਣ ਉੱਥੋਂ ਤੁਰਦਾ ਤੁਰਦਾ ਤੁਰਿਆ ਜਾਂਦਾ ਹੈ, ਉਹ ਬਾਗ ਵੀ ਚਲਾ ਗਿਆ। ਅਤੇ ਬਾਗ ਦੇ ਵਿੱਚ ਜਿਹੜੇ ਕਰਕੇ ਕੀ ਕੀਤਾ ਕਿ ਉੱਥੇ ਜਾ ਗਿਆ ਅਤੇ ਉਹਨੂੰ ਪੁੱਛਿਆ, ਬਾਗ ਵਾਲੇ ਨੂੰ ਉਹਨੇ ਪੁੱਛਿਆ ਕਿੱਧਰ ਆਇਆ? ਕਹਿੰਦਾ ਮੈਂ ਨਾਰੀਅਲ ਲੈਣਾ ਇੱਕ। ਕਹਿੰਦੇ ਲਿਆ 3 ਰੁਪਈਏ ਦੇ। ਕਹਿੰਦਾ 3 ਰੁਪਈਏ ਤਾਂ ਬਹੁਤ ਮਹਿੰਗੇ ਨੇ, ਮੈਂ ਬੜਾ ਤੁਰ ਕੇ ਆਇਆ ਹੈ ਤੇਰੇ ਕੋਲ ਏਡੀ ਦੂਰ, ਅਤੇ ਤੂੰ ਘੱਟ ਕਰ ਕੁਛ। ਕਹਿੰਦੇ ਤੈਨੂੰ ਚਾਹੀਦਾ 1 ਰੁਪਈਏ ਦਾ ਦੇ ਦੇਣਾ, ਤੂੰ 2 ਰੁਪਈਏ ਲਾ ਲੈ। ਕਹਿੰਦਾ 3 ਤੋਂ ਘੱਟ ਨਹੀਂ ਮਿਲਣਾ। ਉਹ ਕਹਿੰਦਾ ਭਈ ਨਹੀਂ ਘੱਟ ਕਰ। ਕਹਿੰਦਾ ਸਾਨੂੰ ਤੜਵਾਈ ਪੈਂਦੀ ਹੈ, 1 ਰੁਪਈਆ ਤੜਵਾਈ ਪੈਂਦੀ ਹੈ, ਇੱਦਾਂ ਕਰ ਤੂੰ ਉੱਤੇ ਚੜ੍ਹ ਅਤੇ 2 ਰੁਪਏ ਦਾ ਲੈ ਲੈ। ਉੱਤੇ ਚੜ੍ਹ ਜਾ ਅਤੇ 2 ਰੁਪਏ ਦਾ ਲੈ ਲੈ, 3 ਰੁਪਈਏ ਨਾ ਦੇ। ਉਹਨੇ ਸੋਚਿਆ ਕਿ ਮੈਂ ਕਿਹੜਾ ਕੋਈ ਗੱਲ ਕੀ ਹੈ, ਬੁੱਢਾ ਹੋ ਗਿਆ ਅਤੇ ਮੈਂ ਜਵਾਨ ਆ ਜੇ। ਉਹ ਨਾਰੀਅਲ ਦੇ ਪੇੜ 'ਤੇ ਚੜ੍ਹ ਗਿਆ, ਅਤੇ ਨਾਰੀਅਲ ਦਾ ਪੇੜ ਜਿਹੜਾ ਉਹ ਵੀ ਖਜੂਰ ਦੇ ਪੇੜ ਵਾਂਗੂ ਹੁੰਦਾ, ਕੋਨਾ ਹੀ ਹੁੰਦਾ ਥੱਲਿਓਂ ਕੱਤਣਾ ਉਹਦਾ। ਉਹ ਕੀ ਕੀਤਾ ਕਿ ਉਹ ਵੀ ਝੁਕਿਆ ਹੋਇਆ ਸੀ, ਜਿੱਧਰ ਝੁਕਿਆ ਸੀ ਉੱਧਰ ਥੱਲੇ ਖੂਹ ਸੀ। ਹੁਣ ਉੱਧਰੋਂ ਤੋੜਦਾ ਕੋਈ ਨਹੀਂ ਸੀ, ਉੱਧਰ ਜਾਂਦਾ ਕੋਈ ਨਹੀਂ ਸੀ। ਉਹਨੇ ਸੋਚਿਆ ਵੀ ਇੱਧਰ ਮੋਟੇ ਮੋਟੇ ਨੇ, ਮੈਂ ਇੱਧਰ ਕਿਉਂ ਨਾ ਚੜ੍ਹ ਕੇ ਇਸ ਪੇੜ 'ਤੇ ਚੜ੍ਹ ਕੇ ਮੈਂ ਲਾਉਣਾ ਹੈ। ਉਹ ਉਸ ਪੇੜ 'ਤੇ ਚੜ੍ਹ ਕੇ ਲੱਗਾ ਲਾਉਣ, ਅਤੇ ਉੱਧਰੋਂ ਪੈਰ ਖਿਸਕ ਗਿਆ, ਅਤੇ ਉਹਨੇ ਕੀ ਕੀਤਾ ਲੱਤਾਂ ਦੇ ਥੱਲੇ ਛਿੜ ਗਈਆਂ, ਅਤੇ ਉਹ ਕੀ ਕੀਤਾ ਕਿ ਤੋਰੀ ਵਾਂਗੂ ਲਮਕ ਗਿਆ। ਉਹ ਲਮਕ ਗਿਆ ਅਤੇ ਹੁਣ ਵਾਸਤੇ ਪਾਉਂਦਾ। ਕਹਿੰਦੇ ਬਾਗ ਵਾਲੇ ਨੂੰ ਕਹਿੰਦਾ ਇੱਦਾਂ ਕਰ ਕਿ ਮੈਨੂੰ ਬਚਾ ਲੈ। ਉਹ ਕਹਿੰਦਾ ਮੈਂ ਕਿੱਦਾਂ ਬਚਾਵਾਂ, ਥੱਲੇ ਖੂਹ ਹੈ, ਕੰਢੇ ਦੇ ਉੱਤੇ ਖੂਹ ਹੈ, ਅਤੇ ਮੈਂ ਕਿੱਦਾਂ ਬਚਾਵਾਂ। ਉਹ ਕਹਿੰਦਾ ਛੇਤੀ ਕਰ ਬਚਾ ਲੈ ਮੈਨੂੰ, ਮੇਰੀਆਂ ਬਾਹਾਂ ਪੀੜ ਕਰਨ ਲੱਗ ਪਈਆਂ ਨੇ। ਉਹ ਕਹਿੰਦਾ ਠਹਿਰ ਫਿਰ ਮੈਂ ਬਾਹਰ ਵੇਖਣਾ ਰਸਤੇ 'ਤੇ ਕੋਈ ਸ਼ਾਇਦ ਹੋਵੇ ਕੋਈ। ਉਹ ਭੱਜਾ ਭੱਜਾ ਬਾਹਰ ਜਾਂਦਾ ਹੈ। ਬਾਹਰ ਜਾਂਦਾ ਕਹਿੰਦਾ ਇੱਕ ਮੁਰਗਾ ਫਸ ਗਿਆ ਜੀ। ਕਹਿੰਦੇ ਮੁਰਗਾ ਫਸਿਆ ਇੱਕ ਕੰਜੂਸ, ਅਤੇ ਉਹ ਲਟਕਿਆ, ਉਹਨੇ ਖੂਹ 'ਚ ਡਿੱਗ ਕੇ ਮਰ ਜਾਣਾ ਹੈ। ਅਤੇ ਇੱਦਾਂ ਕਰ ਤੂੰ ਊਠ ਲਈ ਜਾਣ ਡਿਆ ਅਤੇ ਊਠ ਲੈ ਕੇ ਆ ਜਾ ਮੇਰੇ ਨਾਲ, ਅੱਧੇ ਦੇ ਪੈਸੇ ਵੰਡ ਲਵਾਂਗੇ। ਅਤੇ ਉਹਦੇ ਕੋਲ 250 ਤੋਂ ਘੱਟ ਨਹੀਂ ਲੈਣਾ ਹੈਗਾ, 250 ਤੋਂ ਘੱਟ ਨਹੀਂ ਲੈਣਾ ਹੈਗਾ। ਉਹ ਕਹਿੰਦਾ 250 ਰੁਪਏ ਥੋੜ੍ਹਾ ਹੈਗਾ ਹੈ, ਅਸੀਂ ਤਾਂ ਗੱਲ ਕੀ ਮੌਤ ਦੇ ਖੂਹ ਦੇ ਕੰਢੇ ਅਸੀਂ ਗੱਲ ਕੀ ਖਲਿਆਰਨਾ ਊਠ ਨੂੰ, ਅਤੇ ਇਹ ਤਾਂ ਕਹਿੰਦੇ ਕਿੰਨਾ ਲੈਣਾ? ਕਹਿੰਦੇ 1100 ਰੁਪਏ ਲੈਣਾ ਹੈ। ਉੱਥੇ ਆ ਕੇ ਕਹਿੰਦੇ ਨੇ ਭਈ ਤੂੰ ਬਚ ਸਕਦਾ ਹੈ, ਪਰ 1100 ਰੁਪਏ ਮੰਗਦਾ ਹੈ। ਉਹ ਕਹਿੰਦਾ 1100 ਲੈ ਲਓ ਤੁਸੀਂ, ਮੈਨੂੰ ਬਚਾਓ। ਹੁਣ ਕਿੱਥੇ ਗੱਲ ਕੀ 1000 ਅਤੇ 1 ਰੁਪਈਆ ਉੱਥੋਂ ਗੱਲ ਕੀ ਆਇਆ 5 ਰੁਪਈਆਂ 'ਤੇ ਆਇਆ। ਉਸ 5 ਰੁਪਈਆਂ ਤੋਂ ਮੁੜ ਕੇ 4 ਰੁਪਏ 'ਤੇ ਆਇਆ, 4 ਰੁਪਏ ਤੋਂ 3 ਰੁਪਏ 'ਤੇ ਆਇਆ, 3 ਰੁਪਏ ਤੋਂ ਮੁੜ ਕੇ ਕੀ ਹੈ ਉਹ 2 ਰੁਪਏ ਦਾ ਲੈਂਦਾ ਕੀ ਹੈ ਉਹ ਫਿਰ ਉੱਥੇ ਆ ਗਿਆ
1,500 ਰੁਪਏ ਤੇ ਆ ਗਿਆ। ਹੁਣ ਉਹ ਕਹਿੰਦਾ ਕਿ ਇੱਦਾਂ ਕਰੋ ਕਿ 2,500 ਲੈਣਾ, ਕਹਿੰਦਾ 1,500 ਲੈ ਲਓ, ਕੋਈ ਗੱਲ ਨਹੀਂ 1,500 ਲੈ ਲਓ, ਠੀਕ ਹੈ ਚੰਗਾ। ਊਠ ਖਿਲਾ ਰਿਹਾ ਲਾਗੇ, ਊਠ ਤੇ ਖਲੋ ਕੇ ਦੋਵੇਂ ਜਾਣੇ ਲੱਗੇ ਉਸ ਨੂੰ ਪਕੜਨ। ਥੱਲਿਓਂ ਊਠ ਨੂੰ ਮੱਖੀ ਲੜੀ, ਊਠ ਹੀ ਲਿਆ ਤੇ ਉਹ ਕੀ ਕੀਤਾ, ਉਧਰੋਂ ਉਹਨੂੰ ਤੋਂ ਫੜਿਆ ਲੱਤਾਂ ਤੋਂ ਤੇ ਊਠ ਸਮੇਤ ਤਿੰਨੇ ਕੜਾਮ ਕਰਦੇ ਖੂਹ ਦੇ ਵਿੱਚ ਮਰ ਗਏ। ਮੱਖੀ ਬੈਠੀ ਸ਼ਹਿਦ ਪਰ, पंख गई लपटाए, उड़ने की चिंता पड़ी। ख्याल ही नहीं है कि मौत भी हैगी अगे, ये तो जीव नूं ख्याल ही नहीं है। सिर दे उत्ते काल डौरू वजा रहा है, काल सिर ते बैठा है, डौरू वजा रहा है। असीं की करते हैं, सानूं चिंता पैसे की लगी हुई है, सानूं धीआं पुत्रां की चिंता लगी हुई है। सानू पैसे की चिंता, धीआं पुत्रां की चिंता है, घर की चिंता है, पर सानू मौत की कोई चिंता नहीं है, किसी अवस्था में भी चिंता नहीं। गुरु तेग बहादुर महाराज जी की कहते हैं, बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। ओ राम दा नहीं नाम जानिया, तू राम दा नहीं नाम जानिया। तू राम दा नहीं नाम जानिया, तू राम दा नहीं नाम जानिया। ओ राम दा नहीं नाम जानिया, तू राम दा नहीं नाम जानिया। तू राम दा नहीं नाम जानिया, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बाल जवानी ते आ गई बिरद अवस्था, तू राम दा नहीं नाम जानिया। बचपना चला गया, जवानी भी निकल गई ते बिरद अवस्था आ गई, पर परमात्मा नहीं आया, परमात्मा का नाम भी चेते नहीं आया। मेरा कहने तो भाव है, संगरांद का दिन है, कड़ी दी सूइयां अगे जत्रियां जा रही ने, पर कई बार आप काले पै जाने। वैसे तो अज संडे का दिन है, जिन्ना चिर बैठे रहोगे उन्ना ही गल की तुहाडे मन नूं ठंड मिलेगी। क्यों? सत का असल है सच, संग कहते ने मिलाप। ज्यों ज्यों सच का मिलाप करांगे त्यों त्यों साडा मन ठंडा हुंदा जावेगा। क्यों? संसार दियां धंधियां विच आके इसदा मन जिहड़ा है ये तपिया पिया है। किन्ना क तपिया है? बाबा फरीद साहब जी कहते ने, तप तप लो लो हाथ मरो रियो, बावल होई सो शो लो रियो। तै साहब की मैं सारना जामनी, जोबन खोए गई पाछे पछतानी। कहते ने कि मेरे अंदर जलन है। गुरु अर्जन देव जी कहते माथे पीर शरीर जलन है, कर करेजे माए। कहते मत्थे च चिंता है,
जलन कादी हो रही है? चिंता है, मैं सिमरन नहीं किया, मैं सेवा नहीं की, मैं दीदार नहीं किया। अज ये पीड़ा लगी हुई है, हर एक दिन ही लगती है। जिन्हों विछोड़ा है, मैं कई बारी कथा की है, एक नदी के कंढे दरख्त के थले संत बैठा है, तो उधरों की हड़ आ गया नदी विच, ते वो संत जिहड़ा अपने आना शब्द के राग नूं गल सुन रहा है, इन्ने चिर नूं रौला पैना शुरू हो गया पानी का, तो वही बिरती जिहड़ी थिड़ गई, तो उठ के जल के कोल जांदा, नदी कोल जांदा, कहंदा नहीं भैणा, इन्नी आवाज़ तू करके चलन रही है, तेरे को चुप करके नहीं तुरया जाता। पानी वाल इशारा करके नदी नूं कह रहे है। वो कहती की करा, मेरे अंदर तड़फ लगी हुई है। कहते तेनू तड़फ किहड़ी गल दी है? वो कहती है मैनू सागर की तड़फ है। नदियाँ सागर वाल जांदियां ने ना, जिन्नियां नदियां ने नाले नदियां च पै जांदे ने और नदियाँ सागर च पै जांदियां ने, सागर दे अगे जाके अंत है। इस तरह जिन्होंने परमात्मा दे मिलन की खिच है, उन्होंने संसार विच गल की, उन्होंने अंदर रौला मचिया है कि किहड़ी घड़ी होवे मैं अपने प्रीतम प्यारे विच लीन हो जावां। कथा आई सी, जांका मीत साजन है समिया, तिस जन को कहो का की कमियां। असीं कमियां ढूंढते हैं दूसरे अंदर, वो तेरे अपने अंदर कमी कोई नहीं रहनी, पर जे तू कल की परमात्मा नाल प्यार पा लें ते जे परमात्मा नाल जुड़ जावें ते तेरे अपने अंदर कमी नहीं रहनी। तू दुनिया नूं गल की अपना बनाउण दी कोशिश करदा है, पर प्यारी साध संगत दुनिया किसी दी नहीं बनी। मालक हर एक दा बन जाता है, कित्थे वे प्यारी साध संगत। ये तो राधा ने पुकारिया सी, बरसाने दे अंदर भगवान नूं जाना पिया, ते कदे गल की द्रौपदी ने पुकारिया सी हसनापुर दे गल की महल विच, जिथे गल की उसनूं नगन कर रहे ने ते उहदी साड़ी खिच रहे ने, जम दूतां वांगू गल की उहदे चारे पासे दुश्मन खड़े ने, ते पंजे पति जिहड़े सन वो कोल बैठे हुए, सिरां तो ताज लथे हुए हैं, ते जिन्हां उत्ते मान सी उन्हां दे ताज लथे ने। फिर उन्हां तो वड्डा मान किन्हां ते सी? भीष्म पितामह ते। कुल गुरु द्रोणाचार्य गुरु सी, कुल गुरु कृपाचार्य सी। फिर गल की सब तो वड्डा गल की मान सी धृतराष्ट्र उत्ते, पर उहदियां अखां तो वो नवीना सी, कोई उन्होंने बचा नहीं सकिया। इन्नी सैना कोल कोई उन्होंने बचा नहीं सकिया दुष्टां दे कोलों। पर जदों गल की उन्हें जिन्हां दा ध्यान किया वो सारे फेल हो गए, वो सारे ही फेल हो गए। तो ध्यान फिर अखीर ते जाके सारे पासों सुरत तोड़ के ते गमगीन हो गई। तो ध्यान किदा की कीता? ध्यान भगवान दा कीता। जदों भगवान दा ध्यान किया उस वेले ते भगवान नूं की कीता? फिर आवाज़ कन्नी पई ओहदे। आवाज़ किदां दी सी? वो हिरदे नाल पुकार की ते भगवान दे हिरदे विच जाके खुब्बी। इको तके आया आसरा तेरा, होर सबे टाइयां टेरियां। इको तके आसरा तेरा, होर सबे टाइयां टेरियां। इको तके आया आसरा तेरा, होर सबे टाइयां टेरियां। इको तके आया आसरा तेरा, होर सबे टाइयां टेरियां। इको तके आसरा तेरा, होर सबे टाइयां टेरियां। इको तके आसरा तेरा, होर सबे टाइयां टेरियां। इको तके आया आसरा तेरा, होर सबे टाइयां टेरियां। इको तके आया आसरा तेरा, होर सबे टाइयां टेरियां। प्यारे जी होर सबे टाइयां टेरियां।
प्यारे जी होर सभे टाइयां टेरियां। प्यारे जी होर सभे टाइयां टेरियां। प्यारे जी होर सभे टाइयां टेरियां। प्यारे जी होर सभे टाइयां टेरियां। प्यारे जी होर सभे टाइयां टेरियां। प्यारे जी होर सभे टाइयां टेरियां। प्यारे जी होर सभे टाइयां टेरियां। ओ इको तके आया आसरा तेरा होर सभे टाइयां टेरियां। इको तके आसरा तेरा होर सभे टाइयां टेरियां। इको तके आया आसरा तेरा होर सभे टाइयां टेरियां। इको तके आया आसरा तेरा होर सभे टाइयां टेरियां। अर्जन छोड़ दे सब मिलते हैं। कौन कह रहे हैं? भगवान कृष्ण कह रहे हैं। अर्जन ਨੂੰ उपदेश दे रहे ने। अर्जन छोड़ दे सब मिलते लै मुझ अकेली की पना। अर्जन मेरा जुम्मा तेरा ही बेड़ा पार। पर इधर संसार में आके की है? साडा फलाना मंत्री है, साडा फलाना बंदा अफसर बनया है। ये असीं आसरे लेने आ। प्यारी साध संगत दुनिया के आसरे जिहड़े ने ये सानू दुनिया च लै डुबो देणगे। उधर गीता की कह रही है, कृष्ण जी की कह रहे हैं अर्जुन नूं? कहंदे ने अर्जुन सारियां मिलतां छड्ड दे, एक मेरे इकल्ले दी पनाह लै लै, शरण लै लै। कहंदे मेरा जो मैं तेरा बेड़ा पार हो जाएगा। पर ये फिर भी नहीं जाणू तैयार। इस करके प्यारी साध संगत समा जिहड़ा इजाजत नहीं दे रहा, क्योंकि ये पंक्ति बड़ी सुंदर सी। जां का मीत साजन है समियाँ, तिस जन को कहो का की कमियाँ। कहते जिस ने परमात्मा नूं जिहड़ा समाया है सारी समियाँ, उसनूं मित्र बना लिया तो कहते उन्होंने कमी फिर किसी गल की नहीं रहिंदी। इस करके साडी जन्म मरण की कमी नूं पूरी करेगा सतगुरु ही पूरी करेगा। ਉਹਦਾ ध्यान करो। गुर की मूर्त मन में ध्यान, ध्यान मूलम गुरु मूर्ति, पूजा मूलम गुरु पदम, मंत्र मूलम गुरु वाक्यं, मोक्ष मूलम गुरु कृपा। ते गुर के चरण उपर मेरे माथे। फिर की होया? ता ते दुख मेरे सगले लाथे। ते ध्यान दे नाल डंडौत करने आ। सतगुर के चरणों का ध्यान करो, सतगुर के नामां का ध्यान करो, सतगुर जो साक्षात सतगुर की गल की दा ध्यान करो। फिर की करो? तुहाडा नवाया मत्था जिहड़ा है वो फिर कबूल हो जाएगा। बोलो श्री सतगुर देव महाराज की जय। डंडौत बंदे नायक बार, सर्ब कला समराथ, डोलन ते राखो प्रभु नानक दे कर हथ। फिरत फिरत प्रभु आया, पढ़िया तो सरनाए। नानक की प्रभ बेनती, अपनी भगति लाए। भगति दान मोहे दीजियो, गुरदेवों के देव। और कछु ना चाहिए, निश दिन तुमरी सेव। पार ब्रह्म परमेश्वर, पूरन सचिदानंद। नमस्कार प्रभु को, सब संतन के अंग संग। नमस्कार प्रभु को, सब दासों के अंग संग। पिछला महीना फग्गण दा सी। 12 पौड़ियाँ चढ़ गए हैं। 12 महीने ने एक महीने में एक पौड़ी किया जाता है। तो माज राग विच 5वीं पातशाही महाराज जी ने बाणी उचारण की है। तो इन्हां पौड़ियों को किस तरह चढ़ना है, किस तरीके नाल चढ़ना है दस्या है। किरत कर्म के बिछड़े, कर कृपा मेलो राम। 4 कुंट दै देश पर में, थक आए प्रभ की शाम। 3 दुधे ते बाहरी,
ਕਿਤੇ ਨ ਆਵੈ ਕਾਮ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਧਾਮ। ਤੇਨ ਦੁਧੇ ਤੇ ਬਾਰੀ, ਕਿਤੇ ਨ ਆਵੈ ਕਾਮ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਧਾਮ। ਹਰਿ ਨਹਾ ਨਾ ਮਿਲੀਏ ਸਾਜਨੈ, ਕਤ ਪਾਈਏ ਬਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ, ਪਾਠ ਨਗਰ ਸੇ ਗ੍ਰਾਮ। ਜਿਸ ਹਿਰਦੇ ਵਿੱਚ ਪਰਮਾਤਮਾ ਰੂਪੀ ਪਤੀ ਨਹੀਂ ਆਇਆ, ਉਹ ਤੇ ਭੱਠ ਵਾਂਗੂ ਤਪਦਾ ਹੀ ਰਹੇਗਾ, ਚਿੰਤਾ ਵਿੱਚ, ਗਮਾਂ ਵਿੱਚ, ਬਿਮਾਰੀਆਂ ਵਿੱਚ। ਇਸ ਕਰਕੇ ਮਾਰੀ ਕਹਿੰਦੇ ਨੇ, ਸਰਬ ਸਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਣ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭੂ, ਪ੍ਰਭ ਜਿਸ ਕਾ ਨੇਚਲ ਧਾਮ। ਪਹਿਲੀ ਪੌੜੀ ਆਉਣ ਲੱਗੀ ਹੈ। ਜੋ ਅੱਜ ਮਹੀਨਾ ਹੈ ਉਹ ਕੀ ਉਪਦੇਸ਼ ਦਿੰਦਾ ਹੈ? ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਕਹਿੰਦੇ ਨੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਈ ਚੇਤਰ ਦਾ ਮਹੀਨਾ ਜਿਹੜਾ ਹੈ ਉਹਦੇ ਵਿੱਚ ਉਹ ਚੜ੍ਹ ਗਿਆ ਹੈ। ਸਾਨੂੰ ਮਾਲਕ ਦੀ ਅਰਾਧਨਾ ਛੱਡਣੀ ਨਹੀਂ ਚਾਹੀਦੀ, ਕਰਨੀ ਚਾਹੀਦੀ ਹੈ। ਪਰ ਉਹ ਮਿਲਦਾ ਕਿੱਦਾਂ ਹੈ? ਕਿੰਨਾਂ ਦੀ ਸੰਗਤ ਨਾਲ ਹੈ? ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਪਣਾ। ਕਹਿੰਦੇ ਨੇ ਸੰਤਾਂ ਦੀ ਸੰਗਤ ਕਰਕੇ ਉਹ ਮਿਲਦਾ ਹੈ, ਅਤੇ ਆਪਣੀ ਰਸਨਾ ਦੇ ਨਾਲ ਭਣਾ ਕਹਿੰਦੇ ਜਪਣਾ ਚਾਹੀਦਾ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਿਨ ਪਾਇਆ ਪ੍ਰਭ ਆਪਣਾ, ਕਹਿੰਦੇ ਜਿਨ੍ਹਾਂ ਨੇ ਸਿਮਰ ਕੇ ਪਰਮਾਤਮਾ ਨੂੰ, ਆਪਣੇ ਪਰਮਾਤਮਾ ਨੂੰ ਗਲਕੀ ਆਪਣਾ ਬਣਾ ਲਿਆ, ਉਹਦੇ ਤੱਕ ਪਹੁੰਚ ਗਏ, ਉਹਦੇ 'ਚ ਲੀਨ ਹੋ ਗਏ, ਅਤੇ ਸੰਸਾਰ ਵਿੱਚ ਉਹਨਾਂ ਦਾ ਉਹ ਗਿਣਤੀ ਵਿੱਚ ਹੋ ਗਏ। ਉਹਨਾਂ ਦਾ ਆਉਣਾ ਗਿਣਤੀ ਵਿੱਚ ਹੋ ਗਿਆ ਕਿ ਉਹ ਫਲਾਣਾ ਆਦਮੀ ਆਇਆ ਸੀ, ਆਪਣਾ ਕੰਮ ਸੰਪੂਰਨ ਕਰਕੇ ਗਿਆ ਹੈ। ਇੱਕ ਖਿਨ ਮਾਤਰ ਵੀ ਪਰਮਾਤਮਾ ਤੋਂ ਬਿਨਾਂ ਜਿਉਣਾ ਜਿਹੜਾ ਹੈ, ਇਹ ਸਾਡਾ ਜੀਵਨ ਬਰਬਾਦ ਹੈ, ਬਿਰਥਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਕਹਿੰਦੀ ਉਹ ਕਿੱਥੇ ਨਹੀਂ ਹੈ? ਜਲ ਵਿੱਚ ਵੀ ਹੈ, ਥਲ ਕਹਿੰਦੇ ਧਰਤੀ ਵਿੱਚ ਵੀ ਹੈ, ਅਤੇ ਕਹਿੰਦੇ ਨੇ ਫਿਰ ਮਹੀਲ ਕਹਿੰਦੇ ਆਕਾਸ਼ ਵਿੱਚ ਵੀ ਹੈ। ਕਹਿੰਦੇ ਨੇ ਕਿ ਉਹ ਹਰ ਜਗ੍ਹਾ ਉਹ ਸਮਾਇਆ ਹੋਇਆ ਹੈ। ਵਣਾ ਕਹਿੰਦੇ ਨੇ ਕਿ ਉਹ ਜੰਗਲਾਂ ਦੇ ਵਿੱਚ ਵੀ ਉਹ ਵਿਰਾਜਮਾਨ ਹੈ। ਹਰ ਜਗ੍ਹਾ ਉਹਦਾ ਤੱਤ ਮੌਜੂਦ ਹੈ। ਉਹ ਜਿੱਥੇ ਬੈਠੇਗਾ ਉੱਥੇ ਤੈਨੂੰ ਮਿਲ ਪਵੇਗਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਪਰ ਕਹਿੰਦੇ ਦੁੱਖ ਤੇ ਇਹ ਹੈ, ਉਹ ਸਾਡੇ ਚਿੱਤ ਵਿੱਚ ਵਸਦਾ ਨਹੀਂ। ਸਾਡਾ ਮਨ ਜਿਹੜਾ ਹੈ ਇੰਨਾ ਪ੍ਰਬਲ ਹੈ ਕਿ ਉਹਨੇ ਇੰਨਾ ਤਗੜਾ ਪਹਿਰਾ ਲਾਇਆ ਹੈ ਇੰਦਰੀਆਂ ਦਾ, ਆਪਣੀ ਫੌਜ ਦਾ, ਕਿ ਸਾਡੇ ਚਿੱਤ ਵਿੱਚ ਗੱਲ ਕੀ ਉਹ ਸਾਡੇ ਮਨ ਦੇ ਸਾਡੇ ਅੰਦਰ ਆਉਣ ਹੀ ਨਹੀਂ ਦਿੰਦਾ। ਗੱਲ ਕੀ ਉਹਦਾ ਨਾਮ, ਉਹਦਾ ਧਿਆਨ ਆਉਣ ਹੀ ਨਹੀਂ ਦਿੰਦਾ। ਕਹਿੰਦੇ ਸਭ ਤੋਂ ਵੱਡਾ ਦੁੱਖ ਤੇ ਇਹ ਹੈ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਭਈ ਕਹਿੰਦੀ ਜਿਨ੍ਹਾਂ ਨੇ ਗੱਲ ਕੀ ਮਨ ਨੂੰ ਮਾਰ ਕੇ ਤੇ ਕੀ ਕੀਤਾ ਹੈ, ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਭਾਗ ਕਿੰਨੇ ਕੁ ਹੈ? ਮਣਾ ਮੂੰਹੀ ਹਨ। ਹਰ ਦਰਸ਼ਨ ਕੋ ਮਨ ਲੋਚੀਦਾ, ਨਾਨਕ ਪਿਆਸ ਮਨਾ। ਕਹਿੰਦੇ ਹਰੀ ਦੇ ਦਰਸ਼ਨ ਨੂੰ ਮਨ ਲੋਚ ਰਿਹਾ ਹੈ। ਕਹਿੰਦੇ ਨੇ ਮਨ ਨੂੰ ਪਿਆਸ ਲੱਗੀ ਹੋਈ ਹੈ। ਕਦੋਂ ਗੱਲ ਕੀ ਉਹ ਪਿਆਰਾ ਮਿਲੇ ਅਤੇ ਸਾਡਾ ਗੱਲ ਕੀ ਸਾਡੀਆਂ ਅੱਖਾਂ ਤ੍ਰਿਪਤ ਹੋ ਜਾਣ, ਸਾਡਾ ਜੀਵਨ ਮਰਨ ਸਫਲ ਹੋ ਜਾਵੇ। ਚੇਤ ਮਲਾਏ ਸੋ ਪ੍ਰਭੂ, ਤਿਸ ਕੇ ਪਾਏ ਲਗਾ। ਕਹਿੰਦੇ ਚੇਤਰ ਦਾ ਮਹੀਨਾ ਚੜ੍ਹਿਆ ਹੈ। ਚੇਤਰ ਦੇ ਮਹੀਨੇ ਵਿੱਚ ਆ ਕੇ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲ ਦੇਵੇ, ਜੋੜ ਦੇਵੇ, ਕਹਿੰਦੇ ਮੈਂ ਉਹਦੇ ਚਰਨ ਜਿਹੜੇ ਨੇ ਉਹਦੇ ਚਰਨਾਂ ਉੱਤੇ ਮੈਂ ਲਿਪਟਾਂ,
ਉਹਦੇ ਚਰਨਾਂ ਵਿੱਚ ਮੈਂ ਆਪਣਾ ਸੀਸ ਰੱਖ ਦੇਵਾਂ, ਉਹਨੂੰ ਆਪਣਾ ਬਣਾ ਕੇ ਉਹਦੇ ਚਰਨਾਂ ਨੂੰ ਚੁੰਮਾਂ, ਕਿਉਂਕਿ ਮੇਰੇ ਪਿਆਰੇ ਨੂੰ ਮਿਲਾਉਣ ਵਾਲਾ ਉਹ ਸ਼ਖਸ ਜਿਹੜਾ ਹੈ ਉਹ ਮਿਲਿਆ ਹੈ, ਮੈਂ ਉਹਦਾ ਸਤਿਕਾਰ ਕਰ ਸਕਦਾ ਹਾਂ। ਇਸ ਕਰਕੇ ਪਿਆਰੀ ਸਾਧ ਸੰਗਤ, ਸਿਮਰਨ ਕਰਕੇ, ਸੇਵਾ ਕਰਕੇ, ਸਤਸੰਗ ਸੁਣ ਕੇ ਆਪਣੇ ਜੀਵਨ ਨੂੰ ਸਾਰਥਕ ਕਰੋ। ਸਾਡਾ ਮਹੀਨਾ ਸਫਲ ਤਾਂ ਹੀ ਹੈ ਜੇ ਅਸੀਂ ਨਾਮ ਜਪੀਏ, ਸਿਮਰਨ ਕਰੀਏ, ਸੇਵਾ ਕਰੀਏ ਅਤੇ ਆਪਣੇ ਜੀਵਨ ਦੇ ਪੰਧ ਨੂੰ ਨਿਬੇੜੀਏ। ਬੋਲੋ ਸ਼੍ਰੀ ਸਤਿਗੁਰੂ ਦੇਵ ਮਹਾਰਾਜ ਕੀ ਜੈ। ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, 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 ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ। ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਉਪਾਇਆ, ਹਰ ਜੁਗ ਜੁਗ ਭਗਤ ਉਪਾਇਆ। ਪੈ ਰੱਖਦਾ ਆਇਓ ਰਾਮ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਹਰ ਨਾਸ਼ ਦੁਸ਼ਟ ਹਰ ਮਾਰਿਆ, ਹਰ ਨਾਸ਼ ਦੁਸ਼ਟ ਹਰ ਮਾਰਿਆ। ਪ੍ਰਹਲਾਦ ਤਰਾਇਓ ਰਾਮ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ। ਹੰਕਾਰੀਆਂ ਨਿੰਦਕਾਂ ਪੇਠ ਦੇ, ਹੰਕਾਰੀਆਂ ਨਿੰਦਕਾਂ ਪੇਠ ਦੇ, ਹੰਕਾਰੀ ਨਿੰਦਕਾਂ ਪੇਟ ਦੇ, ਹੰਕਾਰੀ ਨਿੰਦਕਾਂ ਪੇਟ ਦੇ। ਨਾਮ ਦਿਓ ਮੁਖ ਲਾਇਓ ਰਾਮ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ। ਜਨ ਨਾਨਕ ਅਸਾਰ ਸੇਵਿਆ, ਜਨ ਨਾਨਕ ਅਸਾਰ ਸੇਵਿਆ, ਜਨ ਨਾਨਕ ਅਸਹਰ ਸੇਵਿਆ, ਜਨ ਨਾਨਕ ਅਸਹਰ ਸੇਵਿਆ, ਜਨ ਨਾਨਕ ਅਸਾਰ ਸੇਵਿਆ, ਜਨ ਨਾਨਕ ਅਸਾਰ ਸੇਵਿਆ, ਜਨ ਨਾਨਕ ਅਸਹਰ ਸੇਵਿਆ, ਜਨ ਨਾਨਕ ਅਸਹਰ ਸੇਵਿਆ। ਲੈ ਛਡਾਇਓ ਰਾਮ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ, ਗੁਰ ਲੈਂਦੇ ਚਰਨੀ ਲਾਇ ਆਪਣੇ ਸੇਵਕ ਨੂੰ। ਸ਼ੁਭ ਮਹੀਨਾ ਚਿੱਤਰ ਦਾ ਅੱਜ ਚੜ੍ਹਿਆ ਦਿਨ ਐਤਵਾਰ, ਆਪਣੀ ਭਗਤੀ ਵਾਸਤੇ ਸਤਿਗੁਰ ਦੇ ਚਰਨਾਂ ਨਾਲ ਕਰੋ ਪਿਆਰ। ਬੋਲੋ ਸ਼੍ਰੀ ਸਤਿਗੁਰੂ ਦੇਵ ਮਹਾਰਾਜ ਕੀ ਜੈ।